ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਅਸੀਂ ਇਹ ਪ੍ਰੋਗਰਾਮ ਕਰਤਾ ਰਹੇ ਹਾਂ, ਪਰ ਬਹੁਤ ਹੀ ਅਫਸੋਸਨਾਕ ਘਟਨਾ ਜਿਹੜੀ ਸ਼ਨੀਚਰਵਾਰ ਰਾਤ ਨੂੰ ਨਿਊਯਾਰਕ ਸ਼ਹਿਰ ਦੇ ਵਿੱਚ ਵਾਪਰੀ, ਜਿਹਦੇ ਵਿੱਚ ਇੱਕ ਸਾਬਤ ਸੂਰਤ ਔਰ ਚੜ੍ਹਦੀ ਕਲਾ ਵਾਲੇ ਸਰੂਪ ਵਾਲੇ ਨੌਜਵਾਨ ਪ੍ਰੋਫੈਸਰ ਪ੍ਰਭਜੋਤ ਸਿੰਘ ਦੇ ਉੱਤੇ ਜਦੋਂ ਕੁਝ ਛੋਟੀ ਉਮਰ ਦੇ ਦਰਜਨ ਦੇ ਕਰੀਬ ਲੜਕਿਆਂ ਨੇ ਹਮਲਾ ਕੀਤਾ, ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਔਰ ਉਹਨਾਂ ਦਾ ਜਬਾੜਾ ਤੱਕ ਜੋ ਹੈ ਉਹ ਜ਼ਖਮੀ ਹੋਇਆ। ਉਹ ਜ਼ੇਰੇ ਇਲਾਜ ਹਨ, ਪਰ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਜਾਨ ਬਚ ਗਈ, ਕਿਉਂਕਿ ਕੁਝ ਰਾਹ ਗੁਜ਼ਰ ਰਹੇ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ। ਜੇ ਸ਼ਾਇਦ ਉਹ ਐਸਾ ਨਾ ਕਰਦੇ ਤਾਂ ਬਹੁਤ ਵੱਡਾ ਦੁਖਾਂਤ ਹੋ ਸਕਦਾ ਸੀ। ਪਰ ਡਾਕਟਰ ਪ੍ਰਭਜੋਤ ਸਿੰਘ ਜੋ ਕਿ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹਨ, ਉਹਨਾਂ ਦੀ ਚਿੰਤਾ ਦੂਰੀ ਹੈ। ਜਿਵੇਂ ਆਮ ਤੌਰ ਦੇ ਉੱਤੇ ਹੁੰਦਾ, ਆਪਣੇ ਉੱਤੇ ਹੋਈ ਸੱਟ ਇਨਸਾਨ ਬਰਦਾਸ਼ਤ ਕਰਦਾ, ਪਰ ਜਿਹੜੀ ਅੱਗੋਂ ਦੀ ਸੋਚ ਹੈ ਉਹ ਉਸ ਨੂੰ ਕਾਫੀ ਚਿੰਤਾ ਤੁਰ ਵੀ ਕਰਦੀ ਹੈ। ਔਰ ਇਹ ਜਿਹੜੀ ਸੋਚ ਉਹਨਾਂ ਦੀ ਚਿੰਤਾ ਹੈ, ਇਹ ਦਰਅਸਲ ਉਹਨਾਂ ਦੀ ਆਪਣੀ ਚਿੰਤਾ ਨਹੀਂ ਹੈ, ਇਹ ਕੌਮੀ ਚਿੰਤਾ ਹੈ। ਅਸੀਂ ਉਹ ਤੁਹਾਡੇ ਤੱਕ ਸਾਹਮਣੇ ਰੱਖ ਰਹੇ ਹਾਂ ਔਰ ਉਸ ਦਾ ਜਵਾਬ ਵੀ, ਕਿਉਂਕਿ ਆਵਾਜ਼ ਖਲਕ ਨਕਾਰਾ ਖੁਦਾ, ਤੁਹਾਡੀ ਆਵਾਜ਼ ਰਲ ਕੇ ਕੋਈ ਚੰਗੀ ਸੇਧ ਦੇਗੀ। ਕਲੈਕਟਿਵ ਵਿਜ਼ਡਮ ਇਜ਼ ਬੈਟਰ ਦੈਨ ਇੰਡੀਵਿਜੂਅਲ ਵਿਜ਼ਡਮ। ਜਿਹੜੀ ਸਾਂਝੀ ਸੋਚ ਉਪਜਦੀ ਹੈ ਉਹ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਗੁਣਕਾਰੀ ਹੁੰਦੀ ਹੈ। ਪ੍ਰਭਜੋਤ ਸਿੰਘ ਦੀ ਸੋਚ ਜੋ ਉਹਨਾਂ ਦੇ ਉੱਤੇ ਹੋਇਆ, ਉਸ ਦਾ ਉਹਨਾਂ ਨੂੰ ਦਰਦ ਹੈ, ਅਫਸੋਸ ਹੈ ਕਿ ਉਹਨਾਂ ਦੇ ਨਾਲ ਨਸਲੀ ਵਿਤਕਰਾ ਕਿਉਂ ਕੀਤਾ ਗਿਆ ਔਰ ਕਿਉਂ ਉਹਨਾਂ ਨੂੰ, ਕੀ ਇਹ ਕੇਸ ਮਿਸਟੇਕਨ ਆਈਡੈਂਟੀਟੀ ਦਾ ਸੀ? ਪਰ ਜੇਕਰ ਮਿਸਟੇਕਨ ਆਈਡੈਂਟੀਟੀ ਦਾ ਵੀ ਹੈ, ਪਰ ਕੀ ਕਿਸੇ ਸਭ्य ਸਮਾਜ ਦੇ ਵਿੱਚ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਸਕਦਾ ਹੈ? ਕਿ ਕਿਸੇ ਕਮਿਊਨਿਟੀ ਦੇ ਨਾਲ, ਕਿਸੇ ਫਿਰਕੇ ਦੇ ਨਾਲ, ਕਿਸੇ ਮਜ਼ਹਬ ਦੇ ਨਾਲ ਜੁੜੇ ਹੋਣ ਕਰਕੇ ਕੀ ਉਸ ਦੇ ਸਾਰੇ ਇਨਸਾਨੀ ਹਕੂਕ ਖਤਮ ਹੋ ਜਾਂਦੇ ਹਨ? ਪਰ ਉਸ ਤੋਂ ਜ਼ਿਆਦਾ ਗੰਭੀਰ ਜਿਹੜੀ ਪ੍ਰਭਜੋਤ ਸਿੰਘ ਸੋਚ ਰਹੇ ਹਨ ਕਿ ਉਹਨਾਂ ਦਾ ਬੇਟਾ ਛੋਟਾ ਹੈ, ਭੁਜੰਗੀ ਅਜੇ ਛੋਟਾ ਹੈ। ਉਹ ਕਹਿ ਰਹੇ ਹਨ ਕਿ ਕੀ ਉਹ ਵੱਡਾ ਹੋ ਕੇ ਉਸ ਨੂੰ ਵੀ ਇਹੋ ਜਿਹੇ ਮਾਹੌਲ ਦੇ ਵਿੱਚ ਜੀਣਾ ਪਏਗਾ? ਜੇ ਉਸ ਦੇ ਨਾਲ ਵੀ ਉਹਦੀ ਪਛਾਣ ਕਰਕੇ ਕੀ ਉਸ ਦੇ ਨਾਲ ਵੀ ਵਿਤਕਰਾ ਹੋਏਗਾ? ਇਹ ਸਵਾਲ ਡਾਕਟਰ ਪ੍ਰਭਜੋਤ ਸਿੰਘ ਦਾ ਨਹੀਂ, ਇਹ ਸਾਡੇ ਸਾਰਿਆਂ ਦਾ ਹੈ, ਆਉਣ ਵਾਲੀ ਨਸਲ ਦਾ ਹੈ। ਵਤਨ ਤੋਂ ਦੂਰ, ਹਜ਼ਾਰਾਂ ਮੀਲ ਦੂਰ ਅਗਰ ਅਸੀਂ ਇੱਥੇ ਪਹੁੰਚੇ ਹਾਂ, ਪਰ ਇਸ ਦੇ ਵਿੱਚ ਅਸੀਂ ਆਪਣੀ ਅਣਖ, ਗੈਰਤ, ਆਪਣਾ ਸਵੈਮਾਨ, ਆਪਣੀ ਪਛਾਣ, ਉਸ ਨੂੰ ਅਸੀਂ ਨਾਲ ਇੱਥੇ ਲੈ ਕੇ ਆਏ ਹਾਂ। ਔਰ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਇੱਕ ਪੈਗਾਮ ਦਿੱਤਾ ਸੀ ਮੁਲਤਾਨ ਦੇ ਵਿੱਚ, ਕਿ ਜਦੋਂ ਉਹ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਆਏ ਸੀ ਮੁਲਤਾਨ ਦੇ ਪੀਰ, ਤਾਂ ਗੁਰੂ ਨਾਨਕ ਸਾਹਿਬ ਨੇ ਬਗਲ ਤੋਂ ਇੱਕ ਚੰਬੇਲੀ ਦਾ ਫੁੱਲ ਕੱਢ ਕੇ ਉਸ ਦੇ ਉੱਤੇ ਰੱਖ ਦਿੱਤਾ ਸੀ ਕਿ ਮੈਂ ਤੁਹਾਡੀ ਥਾਂ ਨਹੀਂ ਲਵਾਂਗਾ, ਤੁਹਾਨੂੰ ਇੱਥੋਂ ਕੋਈ ਫਰਕ ਨਹੀਂ ਪਏਗਾ, ਬਲਕਿ ਮੈਂ ਤਾਂ ਇੱਕ ਫੁੱਲ ਦੀ ਤਰ੍ਹਾਂ ਖਿੜਾਂਗਾ। ਇਹ ਇੱਕ ਸੁਨੇਹਾ ਹੈ, ਇੱਕ ਪੈਗਾਮ ਹੈ, ਇੱਕ ਸੋਚ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਅਮਲ ਵਿੱਚ ਆਉਣੀ ਚਾਹੀਦੀ ਹੈ। ਸਾਡੇ ਇਸ ਚੈਨਲ ਨੇ, ਗੈਟ ਪੰਜਾਬੀ ਨੇ, ਸਾਡੀ ਟੀਮ ਅੱਜ ਕੋਲੰਬੀਆ ਯੂਨੀਵਰਸਿਟੀ ਵਿੱਚ ਗਈ ਔਰ ਉੱਥੇ ਜਾ ਕੇ ਉਹਨਾਂ ਨੇ ਇੰਟਰਵਿਊਜ਼ ਲਏ, ਵੱਖ-ਵੱਖ ਉਹਨਾਂ ਨੇ ਜੋ ਵੀ ਉੱਥੇ ਦੀ ਗੱਲਬਾਤ ਕੀਤੀ ਉਹ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਪਰ ਉਸ ਤੋਂ ਪਹਿਲੇ ਇੱਕ ਬਹੁਤ ਹੋਰ ਦੁਖਦਾਈ ਖਬਰ ਹੈ ਜਿਹੜੀ ਸਾਨੂੰ ਬਹੁਤ ਅਫਸੋਸ ਹੈ। ਸਾਡੇ ਨਾਲ ਜੁੜੇ ਹੋਏ ਸਨ ਜਲੰਧਰ ਤੋਂ ਹਿੰਦੁਸਤਾਨ ਟਾਈਮਸ ਦੇ
ਪ੍ਰਿੰਸੀਪਲ ਕੋਰਸਪੋਂਡੈਂਟ ਜਸਦੀਪ ਸਿੰਘ ਮਲਹੋਤਰਾ, ਜਿਹੜੇ ਪ੍ਰਿੰਸੀਪਲ ਕੋਰਸਪੋਂਡੈਂਟ ਸਨ ਔਰ ਜਿਨ੍ਹਾਂ ਦੀ ਪੱਤਰਕਾਰਿਤਾ, ਜਿਨ੍ਹਾਂ ਦਾ ਜਰਨਲਿਜ਼ਮ ਔਰ ਸਹਾਫੀ ਹੋਣਾ, ਉਹਨਾਂ ਨੇ ਕਈ ਗੰਭੀਰ ਔਰ ਜਿਹੜੇ ਸਮਾਜਿਕ ਮੁੱਦੇ ਸਨ ਉਹਨਾਂ ਨੂੰ ਉਭਾਰਿਆ, ਨੰਗਿਆਂ ਕੀਤਾ। ਉਹ ਸ਼ਾਇਦ ਪਹਿਲੇ ਅਖਬਾਰ ਨਵੀਸ ਸਨ ਜਿਨ੍ਹਾਂ ਨੇ ਬਹੁਤ ਹੀ ਦ੍ਰਿੜਤਾ ਦੇ ਨਾਲ ਰਾਈਟ ਟੂ ਇਨਫੋਰਮੇਸ਼ਨ ਐਕਟ ਦਾ ਇਸਤੇਮਾਲ ਕੀਤਾ ਔਰ ਕਈ ਕਾਂਡ ਉਜਾਗਰ ਕੀਤੇ ਜਿਹੜੀਆਂ ਸਮਾਜ ਦੇ ਉਸ ਚਿਹਰੇ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਉੱਤੇ ਬੜੇ ਸੋਹਣੇ ਕੱਪੜੇ ਪਏ ਹੋਏ ਸਨ। ਉਸ ਢਕੇ ਹੋਏ ਚਿਹਰੇ ਨੂੰ ਜਸਦੀਪ ਸਿੰਘ ਮਲਹੋਤਰਾ ਨੇ ਨੰਗਿਆ ਕੀਤਾ। ਔਰ ਹੁਣ ਵੀ ਜੋ ਪੰਜਾਬ ਦੇ ਵਿੱਚ ਸੈਂਡ ਮਾਫੀਆ ਹੈ ਜਾਂ ਮਾਈਨਿੰਗ ਮਾਫੀਆ ਜਿਸ ਨੂੰ ਕਹਿੰਦੇ ਹੈ, ਉਸ ਨੂੰ ਉਹਨਾਂ ਨੇ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ 2 ਦਿਨ ਪਹਿਲੇ ਉਹਨਾਂ ਨੇ ਖਬਰਾਂ ਛਾਪੀਆਂ SSP ਕਾਲੀਆ ਸਾਹਿਬ ਨਾਲ। ਉਹ ਉਹਨਾਂ ਦੀ ਗੱਡੀ ਦੇ ਵਿੱਚ ਹੀ ਇਸੇ ਚੀਜ਼ ਦੀ ਤਫਤੀਸ਼ ਕਰਨ ਲਈ ਔਰ ਅਗਲੀ ਰਿਪੋਰਟ ਦੇਣ ਲਈ ਜਾ ਰਹੇ ਸਨ, ਪਰ ਮੁਕੇਰੀਆਂ ਦੇ ਕੋਲ ਉਹਨਾਂ ਦੀ ਗੱਡੀ ਉਲਟ ਗਈ ਔਰ ਜਿਸ ਦੇ ਵਿੱਚ ਉਸ ਥਾਂ 'ਤੇ ਹੀ ਜਸਦੀਪ ਸਿੰਘ ਦੀ ਮੌਤ ਹੋ ਗਈ। ਸਾਡੀ ਸ਼ਰਧਾਂਜਲੀ ਹੈ ਉਸ ਦਲੇਰ ਪੱਤਰਕਾਰ ਨੂੰ ਜਿਨ੍ਹਾਂ ਨੇ ਆਪਣਾ ਸਫ਼ਰ ਟ੍ਰਿਬਿਊਨ ਤੋਂ ਸ਼ੁਰੂ ਕਰਕੇ ਹਿੰਦੁਸਤਾਨ ਟਾਈਮਸ ਦੇ ਉਸ ਮੁਕਾਮ 'ਤੇ ਜਿਹੜਾ ਪਹੁੰਚਾਇਆ। ਔਰ ਹਿੰਦੁਸਤਾਨ ਟਾਈਮਸ ਦੇ ਐਡੀਟਰ ਰਮੇਸ਼ ਵਿਨਾਇਕ ਨੇ ਵੀ ਉਹਨਾਂ ਨੇ ਆਪਣੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਸ ਨੌਜਵਾਨ ਨੇ ਉਹ ਕੁਝ ਕਰ ਦਿੱਤਾ ਜਿਹੜਾ ਸਾਡੇ ਆਉਣ ਵਾਲੇ ਪੱਤਰਕਾਰ ਔਰ ਸਾਡੀ ਟੀਮ ਨੂੰ ਹੋਰ ਦ੍ਰਿੜਤਾ ਪ੍ਰਦਾਨ ਕਰੇਗਾ। ਸਾਡੀ ਸ਼ਰਧਾਂਜਲੀ ਹੈ ਵੀਰ ਜਸਦੀਪ ਸਿੰਘ ਨੂੰ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੇ ਨਾਲ ਬਹੁਤ ਕੰਮ ਕੀਤਾ। ਇਸ ਤੋਂ ਬਾਅਦ ਅਗਲੀ ਇੱਕ ਛੋਟੀ ਜਿਹੀ ਖਬਰ ਹੈ ਜਿਹੜੀ ਸ਼ਾਇਦ ਬਹੁਤੀ ਉਜਾਗਰ ਨਹੀਂ ਹੋਈ। ਨੈਰੋਬੀ ਕੀਨੀਆ ਦੇ ਵਿੱਚ ਜਿਹੜਾ ਦੁਖਾਂਤ ਹੋਇਆ, ਇੱਕ ਸ਼ਾਪਿੰਗ ਕੰਪਲੈਕਸ ਦੇ ਵਿੱਚ ਜਿਹੜਾ ਅੰਨ੍ਹੇਵਾਹ ਕਤਲੇਆਮ ਹੋਇਆ, ਉਹਦੇ ਵਿੱਚ 5 ਸਿੱਖ ਜੀ ਵੀ ਮਾਰੇ ਗਏ। ਉਹਨਾਂ ਦੀਆਂ ਤਸਵੀਰਾਂ ਇਤਨੀਆਂ ਖੂਨੀ ਔਰ ਦਰਦਨਾਕ ਹਨ ਕਿ ਅਸੀਂ ਉਹ ਤੁਹਾਨੂੰ ਦਿਖਾਉਣਾ ਨਹੀਂ ਚਾਹੁੰਦੇ, ਪਰ ਇਹ ਜੋ ਖੂਨ ਦੀ ਹਨੇਰੀ ਚੱਲ ਰਹੀ ਹੈ, ਕਦੋਂ ਅਮਨ ਹੋਏਗਾ? ਕੀ ਉਹਨਾਂ ਚੀਜ਼ਾਂ ਦੇ ਕਾਰਨਾਂ ਨੂੰ ਰੋਕਿਆ ਜਾਏਗਾ? ਕੀ ਕਦੇ ਅਮਨ ਔਰ ਸ਼ਾਂਤੀ ਆਏਗੀ? ਉਹ ਲਾਈਨ ਦੁਹਰਾਉਣ ਦਾ ਜੀ ਕਰਦਾ ਹੈ, ਏਤੀ ਮਾਰ ਪਈ ਕਰਲਾਣੇ ਤੈਂਕੀ ਦਰਦ ਨਾ ਆਇਆ। ਇਸ ਤੋਂ ਬਾਅਦ ਅਸੀਂ ਹੋਰ ਸੁਰਖੀਆਂ ਨਹੀਂ ਲੈ ਸਕਦੇ, ਪਰ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਇੱਕ ਛੋਟੀ ਜਿਹੀ ਵੀਡੀਓ ਕਲਿੱਪਿੰਗ ਡਾਕਟਰ ਪ੍ਰਭਜੋਤ ਸਿੰਘ ਦੇ ਇਸ ਹਾਦਸੇ ਬਾਰੇ ਸਾਡੀ ਟੀਮ ਵੱਲੋਂ ਜੋ ਇੰਟਰਵਿਊ ਵਗੈਰਾ ਤਿਆਰ ਕੀਤੇ ਗਏ ਸਨ ਉਹ ਤੁਹਾਨੂੰ ਦਿਖਾਵਾਂਗੇ। ਔਰ ਫਿਰ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਅਸੀਂ ਲੈ ਚਲੀਏ 118 ਸਿੱਖ ਕਲਚਰਲ ਸੈਂਟਰ ਗੁਰਦੁਆਰਾ ਰਿਚਮੰਡ ਹਿੱਲ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਟੀਮ ਮੌਜੂਦ ਹੈ, ਔਰ ਉੱਥੋਂ ਆਪਣਾ ਪ੍ਰਤੀਕਰਮ ਔਰ ਹੋਰ ਤੁਹਾਨੂੰ ਹਾਲਾਤ, ਸਾਡੇ ਨੁਮਾਇੰਦੇ ਹੈਰੀ ਮਲਹੋਤਰਾ ਉੱਥੇ ਪਹੁੰਚੇ ਹੋਏ ਹਨ ਔਰ ਸਾਡੀ ਕੋਸ਼ਿਸ਼ ਹੋਏਗੀ ਜੇ ਅਸੀਂ ਉੱਥੋਂ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰ ਸਕੀਏ। ਅਸੀਂ ਪੇਸ਼ ਕਰ ਰਹੇ ਹਾਂ ਉਸ ਵੀਡੀਓ ਕਲਿੱਪਿੰਗ ਦੇ ਕੁਝ ਦ੍ਰਿਸ਼। ਇੱਕ ਹੇਨਸ ਕ੍ਰਾਈਮ ਹੋਇਆ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਉਹਨਾਂ ਦੀ ਪੱਗ ਤੱਕ ਉਛਾਲੀ ਗਈ। ਅਗਰ ਸੜਕ 'ਤੇ ਖੜੇ ਹੋਏ ਜੋ ਬਾਈਸਟੈਂਡਰਸ ਨੇ ਉਹਨਾਂ ਦੀ ਹੈਲਪ ਨਾ ਕੀਤੀ ਹੁੰਦੀ ਤੇ ਸ਼ਾਇਦ ਅੱਜ ਉਹ ਜ਼ਿੰਦਾ ਵੀ ਨਾ ਹੁੰਦੇ। ਉੱਪਰ ਵਾਲੇ ਦੀ ਮਿਹਰਬਾਨੀ ਹੈ। ਮੇਰੇ ਨਾਲ ਅਮਰਦੀਪ ਜੀ ਹੈਗੇ ਨੇ, ਮਿਸਟਰ ਅਮਰਦੀਪ who's the director of programs for Sikh Coalition. I have the attorney, I don't know your name. Satjeet Kaur. I have Dr. Supreet, I don't know your name, sir. Simranjit Singh. I'm going to start with you, Mr. Amardeep. We spoke a little before. Everybody keeps on saying that we have to educate. We have to educate what Sikhism is. I see the flyers where it shows the difference between Sikhism and Taliban's. And I was talking to the other gentleman, but Taliban और ਅਸੀਂ ਦੇਖਣ 'ਚ ਕਾਫੀ ਡਿਫਰੈਂਟ ਹੈਗੇ ਆ। ਉਹਨਾਂ ਦੀ ਦਾੜੀ ਹੈ, ਸਾਡੇ ਨਾਲ ਜ਼ਰੂਰ ਮੈਚ ਹੁੰਦੀ ਹੈ, ਪਰ ਉਹਨਾਂ ਦੀਆਂ ਮੁੱਛਾਂ ਨਹੀਂ ਹੁੰਦੀਆਂ। ਉਹਨਾਂ ਦੇ ਪੱਗ ਬੰਨ੍ਹਣ ਦਾ ਤਰੀਕਾ ਵੀ ਥੋੜ੍ਹਾ ਜਿਹਾ ਡਿਫਰੈਂਟ ਹੈਗਾ। ਅਤੇ ਨੈਚੁਰਲੀ ਜਦ ਸਿੱਖ ਦੇ ਉੱਤੇ ਅਟੈਕ ਹੁੰਦਾ ਤਾਂ ਉਹ ਵਿਜ਼ੂਅਲਾਈਜ਼ ਦੇਖ ਕੇ ਹੀ ਹੁੰਦਾ।
ਜਦ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਕਿ ਪ੍ਰੋਟੈਸਟ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਉਹ ਵੀ ਤਾਂ ਇੱਕ ਵਿਜ਼ੂਅਲਾਈਜੇਸ਼ਨ ਹੈ ਕਿ ਇਹ ਸਿੱਖ ਨੇ they are not Taliban. Why not that? I think part of the issue in terms of distinguishing Sikhs and Taliban is that people in this country just don't pay attention that much. Okay. And so right after 9/11, there was literally a graphic made of the different types of turbans around the world. That was published in the Seattle Times, and we've used that continuously for 12 years just to give people a sense of who we are. That's not to say that anyone should be attacked. If somebody thinks someone's a Taliban here in the United States, they shouldn't be attacking them, period. So no one should be attacked, but that's one way that we've educated people. In terms of this issue of protests, here's our perspective. In this country, it's been our experience that as long as we go to the government or we go to society and we have a real problem and we present a solution that they can execute on, people do take care of the issue. Let me give you an example. Please. Just this past week, the Sikh Coalition met with Pearson Education, the third largest manufacturer of school textbooks in the country. We also met with Houghton Mifflin, the second largest manufacturer of textbooks around the country. And they have agreed, and this is going to happen in the next few years, to include information on Sikhs, our contributions to the United States, and what we've contributed to the world in their textbooks for the whole country. Now, this took 6 years in the making, but it eventually did happen. And so we find that this approach, rather than protests where we make ourselves seem visually angry and feed into the stereotype of people with turbans and beards or who are very angry, is not always the best way to approach these issues. You said about textbooks. Yeah. Let me bring a story for California school system where we had raised this issue on our television. Mr. Gurchandji Lamba did this. There was a case in the textbook where there was a line written, Indira Gandhi, Prime Minister of India, was killed by Sikh terrorists. Yes. What do you have to say about that? I think what we've tried to say to the textbook manufacturers, and this exact issue came up last week in Pearson Publishing, is that when you provide a perspective on these events, you're providing one perspective. That's the Indian government's perspective. And so it's really important that you have a balanced view of everything that happened in India in the 1980s before you call someone a terrorist versus a freedom fighter. One person's terrorist is one person's freedom fighter. It depends on the perspective you're providing. And what we asked Pearson Publishing to do is take a balanced approach from neutral academics who don't have a political point of view but are just studying the issue. Excellent point. Ma'am, you're an attorney. First of all, your full name, please. Gurjot Kaur. Gurjot ji, what is your take as an attorney? Do you think justice will ever be served in this case? ਹਾਂਜੀ ਮੈਨੂੰ ਪਤਾ ਜਸਟਿਸ ਵਿਲ ਬੀ ਸਰਵਡ ਇਨ ਦਿਸ ਕੇਸ ਯੂ نو ਜਿਹੜੇ ਅਟੈਕਰਸ ਉਹ ਬਾਹਰ ਹੈਗੇ ਆ ਤਾਂ ਉਹਨਾਂ ਕੋਲ ਐਜੂਕੇਸ਼ਨ ਹੈ ਨਹੀਂ ਪਰ ਜਦੋਂ ਲੱਭ ਲਏ ਤਾਂ ਅਸੀਂ ਉਹਨਾਂ ਨਾਲ ਕੰਮ ਕਰ ਸਕਦੇ ਜਦੋਂ ਡਾਕਟਰ ਸਿੰਘ ਨੇ ਗੱਲ ਕੀਤੀ ਉਹਨਾਂ ਫਿਰ ਜਸਟਿਸ ਸਰਵ ਹੋ ਜਾਣੀ ਜਦੋਂ ਉਹਨਾਂ ਨੇ ਸਿੱਖਿਆ ਵੀ ਸਿੱਖ ਹੋਣਾ ਵੀ ਜਿਹੜੇ ਅਸੀਂ ਬਾਹਰੇ ਆ ਜਿਹੜੇ ਬਾਹਰਲੇ ਆ ਅਸੀਂ ਬਾਹਰ ਨਹੀਂ ਅਸੀਂ ਵੀ ਅਮਰੀਕਨ ਹੈਗੇ ਆ ਤਾਂ ਉਹ ਹੈਗੀ ਪ੍ਰੋਬਲਮ ਸੋ ਅਸੀਂ ਬਹੁਤ ਲੋਕਾਂ ਨੂੰ ਹੈਲਪ ਕਰਦੇ ਜਦੋਂ ਡਾਕਟਰ ਸਿੰਘ ਹੋਰ ਵੀ ਹੈਗੇ ਹੇਟ ਕ੍ਰਾਈਮ ਵਿਕਟਮਸ ਕਿ ਜਿਹੜੇ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਬੋਲਦੇ ਉਹਨਾਂ ਨੂੰ ਵੀ ਜਸਟਿਸ ਵੀ ਮਿਲ ਜਾਣੀ ਆ ਬਿਕਾਜ਼ ਅਸੀਂ ਜਿੰਨਾ ਐਜੂਕੇਸ਼ਨ ਕਰ ਸਕਦੇ ਉਹਨਾਂ ਅਸੀਂ ਜ਼ਰੂਰਤ ਕਰੋਗੇ What is your take on this? ਮੇਰੀ ਇਹੀ ਸੰਗਤ ਨੂੰ ਬੇਨਤੀ ਹੈਗੀ ਹੈ ਇਸ ਪੂਰੀ ਕਮਿਊਨਿਟੀ ਨੂੰ ਬੇਨਤੀ ਹੈਗੀ ਹੈ ਕਿ ਇਹ ਮੌਕਾ ਹੈਗਾ ਹੈ ਸਾਡੇ ਕੋਲ ਇੰਸਟੀਟਿਊਸ਼ਨਸ ਹੈਗੇ ਨੇ ਜੋ ਖੜੇ ਹੋ ਸਕਦੇ ਨੇ ਜਿਹੜੀ ਸਾਡੀ ਆਵਾਜ਼ ਹੈਗੀ ਉਹ ਉੱਚੀ ਕਰ ਸਕਦੇ ਹੈਗੇ ਨੇ ਪਰ ਇਹਦੇ ਵਾਸਤੇ ਸਾਨੂੰ ਪੂਰੀ ਸੰਗਤ ਦੀ ਜ਼ਰੂਰਤ ਹੈਗੀ ਹੈ ਤਾਂ ਕਿ ਅਸੀਂ ਇਕੱਠੇ ਮਿਲ ਕੇ ਵੀ ਕੈਨ ਬ੍ਰਿੰਗ ਥੀਸ ਇਸ਼ੂਜ਼ ਟੂ ਲਾਈਟ ਸੋ ਜਿੱਦਾਂ ਪ੍ਰਭਜੋਤ ਸਿੰਘ ਕਹਿ ਰਹੇ ਸੀ that it's time for us to start working together as a community and double our efforts. ਅਸੀਂ ਆਪਣੇ ਜਿਹੜੇ ਵੀ efforts ਹੈਗੇ ਨੇ ਉਹ ਦੁੱਗਣੇ ਕਰੀਏ ਤਾਂ ਕਿ ਅਸੀਂ ਮਿਲ ਕੇ ਇਸ ਪ੍ਰੋਬਲਮ ਦਾ ਹੱਲ ਨਿਕਾਲ ਸਕੀਏ ਤੇ ਖੁਸ਼ੀ live in America and follow the American dream and be able to provide for our families and also sustain for everyone else. Let me talk to, yes ma'am, do you have a point? Yeah, just ਤਾਂ ਕੱਲੀ ਅਸੀਂ ਸਾਡੀ ਸੰਗਤ ਕੱਲੀ ਸਾਡੀ ਕਮਿਊਨਿਟੀ ਨਾਲ ਨਹੀਂ ਕੰਮ ਕਰਨਾ ਚਾਹੀਦਾ ਬਾਕੀਆਂ ਨੇ ਵੀ ਬਹੁਤ ਕਮਿਊਨਿਟੀਜ਼ ਨੂੰ ਡਿਸਕ੍ਰਿਮੀਨੇਸ਼ਨ ਹੁੰਦਾ ਅਮਰੀਕਾ 'ਚ ਬਲੈਕ ਕਮਿਊਨਿਟੀ ਲੈਟੀਨੋ ਕਮਿਊਨਿਟੀ ਮੁਸਲਿਮ ਕਮਿਊਨਿਟੀ ਅਸੀਂ ਸਾਰਿਆਂ ਨੂੰ ਟੁਗੈਦਰ ਕੰਮ ਕਰਨਾ ਚਾਹੀਦਾ ਇਹ ਕੱਲੀ ਸਿੱਖ ਨਹੀਂ ਪ੍ਰੋਬਲਮ ਸਾਰੀ ਅਮਰੀਕਨ ਦੀ ਪ੍ਰੋਬਲਮ ਹੈ Very good point ਤਾਂ ਕਿ ਸਾਰਿਆਂ ਨੂੰ ਪਤਾ ਲੱਗੇ that's another way of promoting Sikhism. Riva, Seva Group.
she's the president of Seva Group. They've done wonderful. ਤੁਹਾਨੂੰ ਅਸੀਂ ਜਦ ਇੰਡੀਆ ਡੇ ਪਰੇਡ ਦਿਖਾਈ ਸੀ ਤਦ ਵੀ ਸੇਵਾ ਗਰੁੱਪ ਨੇ ਬਹੁਤ ਉੱਥੇ ਸੇਵਾ ਕੀਤੀ ਸੀ ਔਰ ਕਾਲਜ ਸਟੂਡੈਂਟਸ ਹੈਗੇ ਨੇ. What is the reaction of, what's the mutual feeling, not just the Indian kids? I want to know what's the mutual feeling in the kids who are not Indian but Americans, African American, others. How are they feeling? Everyone was really shocked. Professor Prabjot is a very respected professor on campus. Everyone was shocked, but I think the amount of support that we have received from everybody on campus, so many different clubs, it's not just the Sikh community that's coming together, it's every community. And that's why Seva is going to be having an event on Sunday. That's why we're going to be promoting this American Cultural Awareness Day, where clubs from all around campus, the Hispanic Club, the Hindu Club, Muslim Club, Black Students Association, Asian American Alliance, everyone's going to come together to share a little bit about their identity, their American cultural identity. What's going to happen on that day? Tell us a little bit. So Seva is going to be primarily tying turbans just to spread awareness about the turban and try to break stereotypes. And we'll also be handing out, free water bottles just to kind of spread awareness about the Sikh values, right, of giving, community service. That's what we're about. We're changing this. We're making this optimistic. Yes, it was a very unfortunate event, but we want something positive to come out of this and more change to come out of this. And then we're going to be speaking with all of these other groups who have volunteered to help us out as well, and they'll be doing something that pertains to their specific identity and their specific community to raise awareness. You guys are all aces in my book. People across the globe are watching you live. Dr. Supreet ji, please 2 ਮਿੰਟ ਸਾਡੇ ਨਾਲ ਗੱਲ ਕਰ ਲਓ. ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਹੈ. ਸਾਰਿਆਂ ਨੇ ਆਪਣੇ ਆਪਣੇ ਵਿਊ ਪੁਆਇੰਟ ਰੱਖੇ ਨੇ. ਇੱਕ ਤੇ ਹੋ ਗਿਆ ਐਜੂਕੇਸ਼ਨ ਕਿ ਅਸੀਂ ਐਜੂਕੇਟ ਕਰਨਾ ਹੈ. ਹੋਰ ਕੀ ਤਰੀਕਾ ਹੋ ਸਕਦਾ ਹੈ ਲੋਕਾਂ ਨੂੰ ਦੱਸਣ ਦਾ ਕਿ ਇਹ ਸਿੱਖ ਨੇ ਤੇ ਇਹ ਤਾਲਿਬਾਨ ਨੇ, ਜਾਂ ਇਹ ਸਿੱਖ ਨੇ ਇਹਨਾਂ ਨੂੰ ਪਲੀਜ਼ ਇਹੋ ਜਿਹੀਆਂ ਹਰਕਤਾਂ ਨਾ ਕਰੋ ਇਹਨਾਂ ਦੇ ਨਾਲ? Well, I think ਸਾਡਾ ਪੁਆਇੰਟ ਹੋਣਾ ਚਾਹੀਦਾ ਹੈ ਕਿ ਇਹੋ ਜਿਹੀ ਹਰਕਤਾਂ ਕਿਸੇ ਦੇ ਨਾਲ ਵੀ ਨਾ ਕਰੋ, ਭਾਵੇਂ ਸਿੱਖ ਹੋਣ ਜਾਂ ਕੋਈ ਹੋਰ ਹੋਏ. ਪਰ ਆਈ ਥਿੰਕ ਜਿਹੜੇ ਸਾਡੇ ਜਿਹੜੇ ਵਿਊਅਰਸ ਹੈਗੇ ਨੇ ਆ, ਜੋ ਆਡੀਅנס 'ਚ ਬੈਠੇ ਹੋਏ ਨੇ, ਜੋ ਸ਼ੋਅ ਨੂੰ ਦੇਖ ਰਹੇ ਨੇ, ਅਸੀਂ ਸਿੱਖ ਅਮਰੀਕਨਸ ਹੈਗੇ ਹਾਂ, ਅਤੇ ਰੀਅਲੀ ਦੀ ਓਨਲੀ ਥਿੰਗ ਜੋ ਅਸੀਂ ਕਰ ਸਕਦੇ ਹਾਂ ਇਜ਼ ਅਸੀਂ ਆਪਣੀ ਲੋਕਲ ਕਮਿਊਨਿਟੀਜ਼ ਵਿੱਚ ਸਾਡੇ ਜਿਹੜੇ ਨੇਬਰਸ ਹੈਗੇ ਨੇ, ਜਿਨ੍ਹਾਂ ਦੇ ਨਾਲ ਅਸੀਂ ਕਦੀ ਗੱਲ ਨਹੀਂ ਕੀਤੀ, ਜਿਨ੍ਹਾਂ ਨੂੰ ਆਪਣੇ ਘਰ ਵਿੱਚ ਚਾਹ ਵਾਸਤੇ ਕਦੀ ਨਹੀਂ ਬੁਲਾਇਆ, ਉਹਨਾਂ ਨਾਲ ਅਸੀਂ ਇੰਗੇਜ ਕਰੀਏ. ਅਸੀਂ ਆਪਣੇ ਸਕੂਲਾਂ ਵਿੱਚ ਜਾਈਏ ਅਤੇ ਆਪਣੇ ਜਿਹੜੇ ਬੱਚਿਆਂ ਦੇ ਕਲਾਸਮੇਟਸ ਹੈਗੇ ਨੇ ਉਹਨਾਂ ਨੂੰ ਸਮਝਾਈਏ ਕਿ ਸਿੱਖ ਕੌਣ ਹੈਗੇ ਨੇ, ਦਸਤਾਰ ਪਟਕਾ ਕੀ ਹੈਗਾ. ਅਗਰ ਅਸੀਂ ਜੋ ਕੁਝ ਆਪਣੀ ਲੋਕਲ ਕਮਿਊਨਿਟੀ 'ਚ ਕਰ ਸਕਦੇ ਹਾਂ, ਸਾਡੇ ਆਪਣੇ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ. ਔਰ ਉਸ ਤਰ੍ਹਾਂ ਹੀ ਕਮਿਊਨਿਟੀ ਵਾਈਡ, ਨੇਸ਼ਨ ਵਾਈਡ ਚੇਂਜ ਹੁੰਦਾ ਹੈ, ਪਰ ਪਹਿਲੇ ਘਰਾਂ ਵਿੱਚ ਸ਼ੁਰੂ ਹੁੰਦਾ ਹੈ. Ladies and gentlemen, Mr. Amardeep, attorney, students, Dr. Saab, professor, ਹਰੇਕ ਬੜੇ ਹੀ ਸੁਲਝੇ ਹੋਏ ਸਾਰੇ ਹੈਗੇ ਨੇ ਇੱਥੇ, ਬੜੇ ਹੀ ਪੜ੍ਹੇ ਲਿਖੇ ਵਿਦਵਾਨ ਹੈਗੇ ਨੇ. Time for a break. I'm going to go back to the studio and we'll see that if we can get a little more bite from here. Stay tuned in. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕੋ, ਤੁਸੀਂ ਇਹ ਵੇਖਿਆ ਕਿ ਅੱਜ ਦੇ ਇਸ ਹਾਦਸੇ ਦੇ ਉੱਤੇ ਸਾਡੇ ਇਹਨਾਂ ਨੌਜਵਾਨਾਂ ਦਾ, ਇਹ ਜਿਹੜੇ ਸੋਸ਼ਲ ਪੱਧਰ ਦੇ ਉੱਤੇ, ਸਮਾਜਿਕ ਪੱਧਰ ਦੇ ਉੱਤੇ ਇਹ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਹਨਾਂ ਦੀ ਸੋਚ, ਉਹਨਾਂ ਦੀ ਅਪਰੋਚ ਕਿਹੜੇ ਪਾਸੇ ਹੈ. ਇਹ ਜੋ ਇਹਨਾਂ ਦਾ ਤਰੀਕਾ ਹੈ, ਜੋ ਇਹਨਾਂ ਦਾ ਕਾਰਕਰਦਗੀ ਹੈ, ਕਿ ਉਹ ਕਾਫੀ ਹੈ ਜਾਂ ਉਸ ਦੇ ਵਿੱਚ ਬਹੁਤ ਕੁਝ ਕੀਤਾ ਜਾਣਾ ਚਾਹੀਦਾ, ਜਾਂ ਹੋਰ ਉਸ ਦੇ ਨਾਲ ਰਲਾ ਕੇ ਕੀ ਕੀਤਾ ਜਾ ਸਕਦਾ ਹੈ. ਕਿ ਜੋ ਜਿਸ ਤਰੀਕੇ ਦੇ ਨਾਲ ਇਹ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਹ ਕਾਫੀ ਹਨ ਸਾਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਔਰ ਸਾਡੀ ਹਿਫਾਜ਼ਤ ਕਰਨ ਲਈ. ਇਹ ਗੰਭੀਰ ਚਿੰਤਨ ਦਾ ਵਿਸ਼ਾ, ਔਰ ਫਿਰ ਮੁੜ ਕੇ ਉਹੀ ਸਵਾਲ ਦੁਬਾਰਾ ਹੈ ਜੋ ਡਾਕਟਰ ਪ੍ਰਭਜੋਤ ਸਿੰਘ ਦਾ, ਕਿ ਮੇਰਾ ਛੋਟਾ ਜਿਹਾ ਬੱਚਾ ਜਦੋਂ ਵੱਡਾ ਹੋਏਗਾ ਕਿ ਉਸ ਨੂੰ ਵੀ ਇਹਨਾਂ ਹਾਲਾਤਾਂ ਦੇ ਵਿੱਚੋਂ ਵੀ ਗੁਜ਼ਰਨਾ ਪਏਗਾ. ਇਹ ਸਵਾਲ ਸਾਡੇ ਸਾਹਮਣੇ ਹੈ. ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਵਕਫੇ ਦਾ, ਔਰ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਣੀ ਟੀਮ ਦੇ ਕੋਲ ਗੁਰਦੁਆਰਾ ਸਾਹਿਬ 118 ਸਿੱਖ ਕਲਚਰਲ ਸੈਂਟਰ ਰਿਚਮੰਡ ਹਿੱਲ ਲੈ ਕੇ ਜਾਵਾਂਗੇ, ਜਿੱਥੇ ਅਸੀਂ ਸੰਗਤ ਦਾ ਔਰ ਸਾਡੇ ਅਹੁਦੇਦਾਰਾਂ ਦੇ ਪ੍ਰਤੀਕਰਮ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ. ਇੱਕ ਵਕਫਾ. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨੇਕਾ ਸਵਾਗਤ ਹੈ. ਸਾਡੀ ਕੋਸ਼ਿਸ਼ ਹੈ ਜੇ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ 118
ਸਿੱਖ ਕਲਚਰਲ ਸੈਂਟਰ ਰਿਚਮੰਡ ਹਿੱਲ ਦੇ ਵਿੱਚ ਲਿਜਾ ਸਕੀਏ, ਜਿੱਥੇ ਸਾਡੀ ਟੀਮ ਮੌਜੂਦ ਹੈ ਔਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਰਿਕਾਰਡ ਲੇਡੀਜ਼ ਐਂਡ ਜੈਂਟਲਮੈਨ, ਗੇਟ ਪੰਜਾਬੀ ਦੇਖ ਰਹੇ ਸਾਰੇ ਸੂਝਵਾਨ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਰੀ ਮਲਹੋਤਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਸਾਰਾ ਦਿਨ ਅਸੀਂ ਸਭ ਤੋਂ ਪਹਿਲਾ ਪੰਜਾਬੀ ਚੈਨਲ ਹਾਂ ਜਿਨ੍ਹਾਂ ਨੇ ਇਹ ਖਬਰ ਜੋ ਹੈ ਇੱਕ ਹੇਨਸ ਕ੍ਰਾਈਮ ਡਾਕਟਰ ਪ੍ਰਭਜੋਤ ਸਿੰਘ ਦੇ ਖਿਲਾਫ ਜੋ ਕੀਤੀ ਗਈ, ਪੱਗ ਉਛਾਲੀ ਗਈ, ਕਰੀਬ 15-20 ਬੰਦਿਆਂ ਨੇ ਉਹਨਾਂ ਨੂੰ ਘੇਰ ਕੇ ਮਾਰਿਆ। ਮੈਂ ਬੈਠਾ ਹੋਇਆ ਵਾਂ ਰਿਚਮੰਡ ਹਿੱਲ ਸਿੱਖ ਕਲਚਰ ਸੁਸਾਇਟੀ, ਜਿੱਥੇ ਕਿ ਕੰਗ ਸਾਹਿਬ, ਢਿੱਲੋਂ ਸਾਹਿਬ, ਬਲਕਾਰ ਜੀ, ਮੁਖਤਿਆਰ ਜੀ ਮੇਰੇ ਨਾਲ ਹੈਗੇ ਨੇ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢਿਆ। ਕੰਗ ਸਾਹਿਬ, ਅਮਰੀਕਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਖਾਸ ਕਰਕੇ ਨਿਊਯਾਰਕ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਕਿ ਇਹੋ ਜਿਹੀਆਂ ਘਟਨਾਵਾਂ ਕਦੀ ਸੁਣਨ ਨੂੰ ਨਹੀਂ ਮਿਲਿਆ। ਯੈਸ, ਬਾਹਰ ਦੇ ਸਟੇਟਾਂ ਦੇ ਵਿੱਚ ਕਾਫੀ ਕੁਝ ਸੁਣਨ ਨੂੰ ਮਿਲਿਆ। ਅਤੇ ਤੁਹਾਡੀ ਪ੍ਰਤੀਕਿਰਿਆ ਕੀ ਹੈ? ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਜਦ ਇੱਕ ਪ੍ਰੋਫੈਸਰ ਦੇ ਨਾਲ, ਜਿਨ੍ਹਾਂ ਨੂੰ ਜੋ ਕਿ ਪੜ੍ਹੇ ਲਿਖੇ ਨੇ, ਡਾਕਟਰ ਹੈਗੇ ਨੇ, ਉਸੇ ਮੁਹੱਲੇ ਦੇ ਵਿੱਚ ਰਹਿੰਦੇ ਨੇ, ਜ਼ਿਆਦਾ ਦੂਰ ਵੀ ਨਹੀਂ ਰਹਿੰਦੇ, ਤੁਹਾਡੇ ਵਿਚਾਰ ਸਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੇ ਮੀਡੀਆ ਵਾਲੇ ਵੀਰ ਗੇਟ ਪੰਜਾਬੀ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਜਦੋਂ ਸਵੇਰੇ 11:15 ਵਜੇ ਮੈਨੂੰ ਪਤਾ ਲੱਗਾ ਕਿ ਕੋਲੰਬੀਆ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਬਿਲਡਿੰਗ ਦੇ ਵਿੱਚ ਕਾਨਫਰੰਸ ਰੱਖੀ ਗਈ ਆ ਉੱਥੋਂ ਦੇ ਸਟੂਡੈਂਟਾਂ ਵੱਲੋਂ, ਪ੍ਰੋਫੈਸਰਾਂ ਵੱਲੋਂ, ਅਤੇ ਮੈਂ ਪਹਿਲਾਂ ਇਹ ਮੀਡੀਆ ਵਾਲੇ ਜਿਨ੍ਹਾਂ ਨੂੰ ਮੈਂ ਕਾਲ ਕੀਤੀ ਅਤੇ 2 ਘੰਟੇ ਦੇ ਵਿੱਚ ਉੱਥੇ ਪਹੁੰਚ ਗਿਆ। ਮੈਂ ਸਮਝਦਾ ਕਿ ਗੇਟ ਪੰਜਾਬੀ ਵਾਲੇ ਇਸ ਤਰ੍ਹਾਂ ਜਿੱਦਾਂ ਦੇਸ਼ ਦੀ ਆਰਮੀ ਹੁੰਦੀ ਆ ਅਤੇ ਰਾਈਟ ਵੇ ਪਹੁੰਚ ਜਾਂਦੇ ਨੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਦੂਸਰਾ ਜਿਹੜਾ ਇਹ ਕੁਐਸਚਨ ਹੈਗਾ, ਮੈਂ ਸਮਝਦਾ ਕਿ ਇਹ ਸਾਡੀ ਜਿਹੜੀ ਆਇਡੈਂਟੀਟੀ ਹੈ ਨਾ, ਉਹਦਾ ਕਰਕੇ ਹੁੰਦਾ, ਜਿਹੜੇ ਕਿ ਰੇਸੀਕਲੀ ਅਟੈਕ, ਜਦੋਂ ਕਿ ਕੋਲੰਬੀਆ ਯੂਨੀਵਰਸਿਟੀ ਜਿਹੜੀ ਕਿ ਨਿਊਯਾਰਕ ਦੇ ਵਿੱਚ, ਇੱਕ ਨਿਊਯਾਰਕ ਜਿਹੜਾ ਸ਼ਹਿਰ ਆ ਉਹ ਇੱਕ ਡਾਇਵਰਸਿਟੀ ਸ਼ਹਿਰ ਆ ਜਿਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ। ਪਰ ਜਦੋਂ ਇਹੋ ਜਿਹੇ ਸ਼ਹਿਰ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਤਾਂ ਸਾਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਜਿੱਦਾਂ ਕਿ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਸਾਰੇ ਵਰਲਡ ਤੋਂ ਪੜ੍ਹਨ ਆਉਂਦੇ ਨੇ ਉੱਥੇ, ਪਰ ਇਸ ਕਰਕੇ ਜਦੋਂ ਇਹੋ ਜਿਹੇ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਰੀ, ਉਹ ਪ੍ਰੋਫੈਸਰ ਸਾਹਿਬ ਜਿਹੜੇ ਕਿ ਪ੍ਰਭਜੋਤ ਸਿੰਘ ਜੀ, ਜਿਹੜੇ ਕਿ ਉੱਥੇ ਹੀ ਰਹਿੰਦੇ ਨੇ ਕੁਛ ਬਲਾਕ ਦੇ ਉੱਤੇ, ਪਰ ਮੈਂ ਅੱਜ ਕੋਈ ਆਰਟੀਕਲ ਵੀ ਪੜ੍ਹੇ ਨੇ ਜਿਨ੍ਹਾਂ 'ਚ ਉਹਨਾਂ ਨੇ ਲਿਖਿਆ ਕਿ ਮੈਂ ਸਿੱਖਾਂ ਦੇ ਬਾਰੇ ਆਪਣੀ ਆਇਡੈਂਟੀ ਨੂੰ ਪ੍ਰਦਾਨ ਕੀਤਾ ਜਦੋਂ 9/11 ਤੋਂ ਬਾਅਦ ਆ, ਜਾਂ ਜਦੋਂ ਵਿਸਕਾਂਸਨ ਦੀ ਘਟਨਾ ਤੋਂ ਬਾਅਦ ਆ। ਹੋ ਸਕਦਾ ਉਹਨਾਂ ਨੇ ਆਪਣਾ ਵਿਚਾਰ ਦਿੱਤਾ ਵੀ ਮੇਰਾ ਇਸ ਕਰਕੇ, ਮੇਰੇ ਆਰਟੀਕਲ ਕਰਕੇ ਵੀ ਮੇਰੇ 'ਤੇ ਅਟੈਕ ਹੋਇਆ ਹੋਵੇ। ਪਰ ਮੈਂ ਸਮਝਦਾ ਕਿ ਸਿਟੀ ਦੇ ਵਿੱਚ ਕੋਈ ਇਹੋ ਜਿਹਾ ਲਾ ਜ਼ਰੂਰ ਹੋਣਾ ਚਾਹੀਦਾ ਕਿ ਹੇਟ ਕ੍ਰਾਈਮ ਜਿਹੜਾ ਨਾ ਉਹ ਅਜੇ ਇਹ ਸਾਬਤ ਨਹੀਂ ਹੋ ਸਕਿਆ। ਵੈਸੇ ਕਿਸੇ ਧਰਮ ਦੇ ਨਾਲ ਵੀ ਜਦੋਂ ਕੁਝ ਸਾਡੀ ਜਿਹੜੀ ਲੋਕੋ ਆ ਨਾ, ਉਹ ਮਤਲਬ ਕਿ ਸਾਨੂੰ ਆਟੋਮੈਟੀਕਲੀ ਇਹ ਉਸਮਾ ਬਿਨ ਲਾਦਨ ਨਾਲ ਮਿਲਾ ਦਿੰਦੇ ਨੇ। ਮੈਂ ਆਪਣੀ ਐਗਜ਼ਾਮਪਲ ਤੁਹਾਨੂੰ ਦੱਸਦਾ, ਮੈਂ ਬੋਸਟਨ ਯੂਨੀਵਰਸਿਟੀ ਦੇ ਵਿੱਚ ਆਪਣੇ ਬੱਚੇ ਨੂੰ ਛੱਡਣ ਗਿਆ ਅਤੇ ਮੈਂ ਐਲੀਵੇਟਰ ਦੇ ਵਿੱਚ ਆਉਣ ਡਿਆ ਸੀ, ਅਤੇ ਮੈਨੂੰ ਇੱਕ ਲੜਕਾ, ਵੈਸੇ ਉਹਦਾ ਟੀਚਰ ਵੀ ਨਾਲ ਹੀ ਸੀ, ਅਤੇ ਉਹ ਮੈਨੂੰ ਆਂਦਾ ਯੂ ਆਰ ਉਸਮਾ ਬਿਨ ਲਾਦਨ। ਮਤਲਬ ਕਿ ਇਹ ਲੋਕਾਂ ਦੀ ਇੱਥੋਂ ਦੀ ਜਿਹੜੇ ਬੱਚੇ ਨੇ, ਉਹ ਮੈਨੂੰ ਟੀਚਰ ਨੇ ਕਿਹਾ ਕਿ ਡੋਂਟ ਵਰੀ ਅਬਾਊਟ ਇਟ, ਕਿਉਂਕਿ ਮੈਂ ਫੀਲ ਕਰਦਾ ਕਿ ਬੱਚਿਆਂ ਨੂੰ ਹਜੇ ਇੱਥੇ ਸਾਨੂੰ ਇਹਨੂੰ ਬੱਚਾ ਕੋਈ ਸਾਈਕੋਲੋਜੀ ਇਹਨੂੰ ਇਫੈਕਟ ਹੈਗਾ, ਮੈਂ ਇਹਨੂੰ ਕੰਟਰੋਲ ਕਰਨਾ ਚਾਹੁੰਦਾ। ਪਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਕਿ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ, ਹੋ ਸਕਦਾ ਉਹਦੇ ਹੋਰ ਵੀ ਸੱਟ ਵੱਧ ਵੀ ਲੱਗ ਸਕਦੀ ਸੀ। ਇਸ ਕਰਕੇ ਸਾਨੂੰ, ਅਸੀਂ ਇਸੇ ਕਰਕੇ ਜਿਹੜੇ ਸਿੱਖ ਵਾ, ਟਰਾਈ ਸਟੇਟ ਦੇ ਗੁਰਦੁਆਰਾ ਸਿੱਖ ਸੁਸਾਇਟੀ ਹੈ ਜਿਹੜੀ ਇੱਕ ਮਦਰ ਸੁਸਾਇਟੀ ਹੈ, ਅਸੀਂ ਹਮੇਸ਼ਾ ਹੀ ਇਸ ਚੀਜ਼ ਦੀ ਲੀਡ ਕਰਦੇ ਹਾਂ ਕਿ ਸਿੱਖਾਂ ਦੀ ਆਇਡੈਂਟੀਟੀ ਇਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਪਰ ਜਦੋਂ ਇਹੋ ਜਿਹੇ ਹੇਟ ਕ੍ਰਾਈਮ ਹੁੰਦੇ ਨੇ, ਜਦੋਂ ਕਿਸੇ ਇੱਕ ਬੰਦੇ ਦੇ ਨਾਲ ਹੁੰਦੇ ਨੇ, ਅਤੇ ਸਾਨੂੰ ਕਿਸੇ ਧਰਮ ਦੇ ਨਾਲ ਵੀ ਹੁੰਦੇ ਨੇ, ਸਾਨੂੰ ਵੱਧ ਚੜ੍ਹ ਕੇ ਉਹਨੂੰ ਪੂਰਾ ਪ੍ਰੋਸੀਕਿਊਟ ਕਰਾਉਣਾ ਚਾਹੀਦਾ। ਜੇ ਅਸੀਂ ਮਤਲਬ ਕਿ ਇਹ ਸਮਝਦੇ ਹਾਂ ਕਿ ਵੀ ਇਹ ਅੱਜ ਉੱਥੇ ਵਾਰਦਾਤ ਹੋਈ ਆ, ਕੱਲ੍ਹ ਨੂੰ ਉੱਥੇ ਨਹੀਂ ਹੋਏਗੀ, ਜਾਂ ਹੋਰ ਕਿਤੇ ਹੁੰਦੀ ਆ ਜੇ, ਕਿ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਯੂਨਾਈਟਡ ਸਟੇਟ ਦੇ ਵਿੱਚ ਕਈ ਇਹੋ ਜਿਹੀਆਂ ਸਟੇਟਾਂ ਜਿੱਥੇ ਪੰਜਾਬੀਆਂ ਦੀ ਆਬਾਦੀ ਨਹੀਂ, ਕੋਈ ਇਕੱਲਾ ਪਰਿਵਾਰ ਰਹਿਣ ਡਿਆ, ਉਹ ਪਰਿਵਾਰ ਨੂੰ ਜ਼ਿਆਦਾ ਖਤਰਾ। ਪਰ ਜਦੋਂ ਇੱਕ ਅਸੀਂ ਸਾਰਾ ਪਰਿਵਾਰ ਦੇ ਤੌਰ 'ਤੇ ਨਿਊਯਾਰਕ ਦੇ ਵਿੱਚ ਰਹਿੰਦੇ, ਜੇ ਸਿੱਖਾਂ ਨਾਲ ਇਹੋ ਜਿਹੇ ਸ਼ਹਿਰ ਦੇ ਵੀ ਹੁੰਦੇ ਹੇਟ ਕ੍ਰਾਈਮ ਹੁੰਦੇ ਆ, ਜਾਂ ਮਤਲਬ ਕਿ ਕੋਈ ਇਹੋ ਜਿਹੀ ਘਟਨਾ ਹੁੰਦੀ ਆ, ਅਤੇ ਮੈਂ ਚਾਹੁੰਦਾ ਕਿ ਸਾਨੂੰ ਸਮੂਹ ਜਿੰਨੇ ਵੀ ਸਿੱਖ ਆ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਆਪਣੀ ਆਇਡੈਂਟੀਟੀ ਨੂੰ ਬਰਕਰਾਰ ਕਰਨ ਵਾਸਤੇ, ਜਿੱਦਾਂ ਬੱਚਿਆਂ ਨੂੰ ਜਿੱਦਾਂ ਕਾਲਜਾਂ ਵਿੱਚ ਐਡੂਕੇਟ ਕੀਤਾ ਜਾਂਦਾ, ਅਸੀਂ NYPD ਨੂੰ ਵੀ ਬੇਨਤੀ ਕਰਾਂਗੇ, ਕਿਉਂਕਿ ਸਾਨੂੰ ਹੁਣੇ ਕਾਲ ਆਈ ਆ ਵਨ ਪੁਲਿਸ ਪਲਾਜ਼ਾ ਤੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਆ ਕੇ ਵੇਖਣਾ ਚਾਹੁੰਦੇ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ। ਮੈਂ ਇਹ ਸਮਝਦਾ ਕਿ ਜਦੋਂ ਕੋਈ ਇਨਸੀਡੈਂਟ ਵਾਪਰਦਾ ਉਦੋਂ ਮਤਲਬ ਕਿ ਹਰ ਕੰਟੈਕਟ ਹੁੰਦਾ, ਅਤੇ ਅਸੀਂ ਵੀ ਸਿੱਖ ਲੋਕ ਜਿਹੜੇ ਉਦੋਂ ਹੀ ਜਾਗਰਤ, ਉਨੇ ਕਿਤੇ ਨਹੀਂ ਜਾਗਰਤ ਰਹਿੰਦੇ ਹਾਂ, ਅਸੀਂ ਅੱਗੋਂ ਪਿੱਛੋਂ ਫਿਰ ਭੁੱਲ ਜਾਂਦੇ ਹਾਂ। ਇਹਨਾਂ ਚੀਜ਼ਾਂ ਨੂੰ ਪੱਕੇ ਤੌਰ ਦੇ ਉੱਤੇ ਸਾਨੂੰ ਆਪਣੀ ਆਇਡੈਂਟੀਟੀ ਵਾਸਤੇ, ਜਿੱਦਾਂ ਕਿ ਮੇਅਰ ਦੀ ਇਲੈਕਸ਼ਨ ਹੋਣ ਡਈ ਆ, ਅਸੀਂ ਸਾਰੇ ਸਿੱਖ ਜਿਹੜੇ ਆ ਕੱਲ੍ਹ ਫੈਸਲਾ ਕੀਤਾ, ਭਾਈ ਕਿਰਪਾਲ ਸਿੰਘ ਜੀ ਵੀ ਆਏ ਆ, ਜਿੰਨੇ ਗੁਰਦੁਆਰਾ ਸਾਹਿਬ ਨੇ ਸਾਰਿਆਂ ਨੇ ਬਹਿ ਕੇ, ਜਥੇਬੰਦੀਆਂ ਨੇ ਅਸੀਂ ਬਹਿ ਕੇ ਫੈਸਲਾ ਕੀਤਾ ਕਿ
ਸੋ ਇਹ ਉੱਥੇ ਸਾਡੇ ਨਾਲ ਸਾਡੀ ਟੀਮ ਦੇ ਨਾਲ ਗੱਲਬਾਤ ਕਰ ਰਹੇ ਸੀ। ਦਰਅਸਲ ਇਹ ਜਿਹੜਾ ਸਾਰਾ ਮਸਲਾ ਹੈ ਇਹ ਕੁਦਰਤੀ ਤੌਰ ਦੇ ਉੱਤੇ ਕਿਸੇ ਇੱਕ ਵਿਅਕਤੀ ਦਾ ਨਹੀਂ, ਕਿਸੇ ਇੱਕ ਇਕੱਲੇ ਪ੍ਰੋਫੈਸਰ ਸਾਹਿਬ ਦਾ ਮਾਮਲਾ ਨਹੀਂ, ਬਲਕਿ ਸਾਰਿਆਂ ਦਾ ਮਾਮਲਾ ਹੈ। ਇਹ ਹਮਲਾ ਇੱਕ ਨਿੱਜੀ ਇੰਡੀਵਿਜੂਅਲ ਦੇ ਉੱਤੇ ਨਹੀਂ ਹੋਇਆ, ਬਲਕਿ ਕੌਮ ਦੇ ਉੱਤੇ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਦਸਤਾਰ ਤੇ ਸਰੂਪ ਦੇ ਉੱਤੇ, ਦਾੜੇ ਦੇ ਉੱਤੇ ਹੋਇਆ। ਕਿਉਂਕਿ ਉਹਨਾਂ ਨੇ ਦੱਸਿਆ ਕਿ ਜਿਵੇਂ ਉਹਨਾਂ ਦੀ ਦਾੜੀ ਨੂੰ ਫੜਿਆ, ਉਹਨੂੰ ਪੁੱਟਿਆ ਔਰ ਦਸਤਾਰ ਕਰਕੇ ਉਹਨਾਂ ਦੇ ਉੱਤੇ ਕਈ ਪੱਦੀ ਸ਼ਬਦਾਵਲੀ ਵੀ ਵਰਤੀ। ਸੋ ਇਹ ਜੋ ਕੁਝ ਹੋਇਆ, ਇਸ ਦੇ ਲਈ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ, ਬਹੁਤ ਕੁਝ ਹੋ ਸਕਦਾ ਹੈ, ਪਰ ਉਹ ਕੀ ਹੋ ਸਕਦਾ ਹੈ, ਇਹ ਸਾਡੀ ਕੋਸ਼ਿਸ਼ ਹੋਏਗੀ ਜੇ ਅਸੀਂ ਗੱਲਬਾਤ ਕਰ ਸਕੀਏ। ਹੈਰੀ ਜੀ, ਮੈਨੂੰ ਸੁਣ ਸਕਦੇ ਹੋ? ਸਾਡੀ ਕੋਸ਼ਿਸ਼ ਹੈ ਜੇ ਅਸੀਂ ਉਹਨਾਂ ਨਾਲ ਆਪਣਾ ਸੰਪਰਕ ਬਣਾ ਸਕੀਏ। ਹਾਂਜੀ ਹੈਰੀ ਜੀ, ਕਿਉਂਕਿ ਇੱਥੇ ਸਭ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ। ਹੁਣ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ, ਜਿੱਦਾਂ ਕਿ ਤੁਸੀਂ ਵੇਖਿਆ ਕਿ ਪਹਿਲੀ ਵਾਰੀ ਸਿੱਖਾਂ ਨੇ ਆਪਣੀ ਜਿਹੜੀ ਪਛਾਣ ਬਣਾਈ ਆ, ਜਿਹੜੇ ਕਿ ਸਾਰੇ ਪੋਲੀਟੀਕਲ ਲੀਡਰ ਜਿਹੜੇ ਇਲੈਕਟਡ ਹੋਣੇ ਨੇ, ਜਿਨ੍ਹਾਂ ਨੇ ਜਾਂ ਪ੍ਰਾਇਮਰੀਆਂ ਜਿੱਤੀਆਂ, ਉਹਨਾਂ ਨੇ ਹਰ ਇੱਕ ਗੁਰੂ ਘਰ ਦੇ ਵਿੱਚ ਆ ਕੇ ਇਸ ਕਰਕੇ ਇਹ ਅਸੀਂ ਮਤਲਬ ਕਿ ਇਹਨੂੰ ਅਸੀਂ ਹੋਰ ਲਾਰਜ ਸਕੇਲ ਤੇ ਕਰੀਏ। ਸੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜੇ ਸਾਡਾ ਉਹਨਾਂ ਨਾਲ ਸੰਪਰਕ ਹੋ ਸਕੇ। ਹੈਲੋ, ਹਾਂਜੀ ਸਰ, ਤੁਹਾਡਾ ਸਵਾਲ ਕੀ ਹੈਗਾ? ਕੰਗ ਹਾਂ, ਮੇਰਾ ਸਵਾਲ ਹੀ ਸਵਾਲ ਹੈਗੇ, ਹੁਣ ਜਵਾਬ ਤੇ ਮੇਰੇ ਕੋਲ ਹੈ ਨਹੀਂ, ਸਿਰਫ ਸਵਾਲ ਰਹਿ ਗਏ ਹੈ। ਕੰਗ ਸਾਹਿਬ, ਤੁਸੀਂ ਜਿਵੇਂ ਦੱਸਿਆ ਕਿ ਇਹ ਜਿਹੜਾ ਘਟਨਾ ਹੋਈ ਹੈ ਉਹਦਾ ਸਾਰਾ ਕੁਝ ਦੱਸਿਆ ਹੈ। ਕੰਗ ਸਾਹਿਬ, ਸਾਡੀ ਜਿਹੜੀ ਅਪਰੋਚ ਦੇਖਣ ਵਿੱਚ ਆ ਰਹੀ ਹੈ, ਅਸੀਂ ਨੈਗੇਟਿਵ ਲੈ ਕੇ ਕਿਉਂ ਚੱਲ ਰਹੇ ਹਾਂ ਕਿ ਅਸੀਂ ਇਹ ਨਹੀਂ, ਅਸੀਂ ਫਲਾਣੇ ਨਹੀਂ, ਅਸੀਂ ਪੋਜ਼ਿਟਿਵ ਵੇਚ ਕਿਉਂ ਨਹੀਂ ਚੱਲ ਪਾ ਰਹੇ ਕਿ ਅਸੀਂ ਫਲਾਣੇ ਹਾਂ? ਨੰਬਰ 1। ਨੰਬਰ 2, ਨਿਊਯਾਰਕ ਸ਼ਹਿਰ ਦੇ ਵਿੱਚ ਸਾਡਾ ਬੋਲਬਾਲਾ ਹੈ, ਸਾਡਾ ਦਬਦਬਾ ਹੈ, ਸਾਡੀ ਸਾਰੀ ਗੱਲ ਹੈ, ਔਰ ਇੱਥੇ ਅਸੀਂ ਇੰਨੇ ਸਿੱਖ ਡੇ ਪਰੇਡਸ ਕਰ ਚੁੱਕੇ, ਹਰ ਸਾਲ ਕੱਢਦੇ ਹਾਂ, ਜਿਹਦੀ ਅਸੀਂ ਕਈ ਦਹਾਕਿਆਂ ਤੋਂ ਕੱਢ ਰਹੇ ਹਾਂ, ਪਰ ਫਿਰ ਵੀ ਅਜੇ ਵੀ ਉਹ ਗੱਲ ਜਿਹੜੀ ਉੱਥੇ ਦੀ ਉੱਥੇ ਕੀ ਖੜੀ ਨਜ਼ਰ ਨਹੀਂ ਆਉਂਦੀ, ਫਿਰ ਵੀ ਘਟਨਾਵਾਂ ਵਾਪਰ ਜਾਂਦੀਆਂ। ਇਹਦੇ ਲਈ ਨਿੱਘਰ ਉਪਰਾਲਾ ਕਿਹੜਾ ਕੀਤਾ ਜਾ ਸਕਦਾ ਹੈ? ਤੁਹਾਡੀ ਕੀ ਰਾਏ ਹੈ? ਲਾਂਬਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਵੀ ਹਮੇਸ਼ਾ ਹੀ ਹਰ ਤਰ੍ਹਾਂ ਦੇ ਨਾਲ ਸਿੱਖ ਕਮਿਊਨਿਟੀ ਦੀ ਜਿਹੜੀ ਆ ਮਦਦ ਕਰਦੇ ਹੋ, ਸਿੱਖ ਕਮਿਊਨਿਟੀ ਦੇ ਬਾਰੇ ਦੱਸਦੇ ਹੋ। ਉਹਦਾ ਕਾਰਨ ਇਹ ਆ ਲਾਂਬਾ ਸਾਹਿਬ ਵੀ ਜਿਹੜਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਯੂਨਾਈਟਿਡ ਸਟੇਟ ਜਿਸ ਕੰਟਰੀ ਦੇ ਵਿੱਚ ਰਹਿੰਦੇ ਆ, ਸਾਡਾ ਇਸ ਕੰਟਰੀ ਦਾ ਜ਼ਿਆਦਾ ਪੰਗਾ ਮਿਡਲ ਈਸਟ ਨਾਲ ਪੈਂਦਾ। ਤੇ ਇਹ ਜਿਹੜੇ ਮਿਡਲ ਈਸਟ ਵਾਲੇ, ਜਦੋਂ ਤੁਸੀਂ ਕਹਿੰਦੇ ਕਿ ਅਸੀਂ ਸਿੱਖਾਂ ਨੂੰ ਕਿਉਂ ਨਹੀਂ, ਉਹ ਆਪਣੇ ਚ ਤੋਂ, ਅਸੀਂ ਇਹ ਨਹੀਂ ਕਹਿੰਦੇ ਕਿ ਮਿਡਲ ਈਸਟ ਦਾ ਕਰਕੇ ਸਾਡੇ ਤੇ ਅਟੈਕ ਹੁੰਦੇ ਨੇ। ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੁਸੀਂ ਇੱਕ ਧਿਰ ਨੂੰ ਵਿਰੋਧੀ ਸਮਝਦੇ ਹੋ, ਜਿਹੜੇ ਇੱਥੋਂ ਦੇ ਬੱਚੇ ਉਹਨਾਂ ਨੂੰ ਇੰਨਾ ਐਜੂਕੇਟਡ ਨਹੀਂ ਕੀਤਾ ਗਿਆ, ਕਿਉਂਕਿ ਜਿਹੜਾ ਜੇ ਸਕੂਲਾਂ ਦੇ ਵਿੱਚ ਸਾਡੇ ਧਰਮਾਂ ਬਾਰੇ ਪੜ੍ਹਾਇਆ ਜਾਵੇ, ਜਿਹੜਾ ਐਜੂਕੇਸ਼ਨ ਬੋਰਡ ਆ ਨਿਊਯਾਰਕ ਸਿਟੀ ਦਾ, ਤੇ ਉਹਦੇ ਵਿੱਚ ਹਰ ਇੱਕ ਬੱਚੇ ਨੂੰ ਪਤਾ ਲੱਗਦਾ ਕਿ ਧਰਮ ਦੀ ਤਾਂ ਹਰ ਇੱਕ ਨੂੰ ਫਰੀਡਮ ਹੈ ਇਸ ਕੰਟਰੀ ਦੇ ਵਿੱਚ, ਇਸ ਕਨਸਟੀਟਿਊਸ਼ਨ ਦੇ ਵਿੱਚ ਹਰ ਇੱਕ ਨੂੰ ਧਰਮ ਦੀ ਫਰੀਡਮ। ਪਰ ਅਸੀਂ ਫਿਰ ਵੀ ਇਹ ਸਮਝਦੇ ਹਾਂ ਕਿ ਸਾਡੀ ਜਿਹੜੀ ਆਇਡੈਂਟੀਟੀ ਆ, ਇਹਦੇ 'ਚ ਕੋਈ ਦੂਜੀ ਰਾਏ ਵਾਲੀ ਗੱਲ ਨਹੀਂ ਗੀ ਕਿ ਸਾਡੀ ਆਇਡੈਂਟੀਟੀ ਨੂੰ, ਅਸੀਂ ਆਪਣੀ ਆਇਡੈਂਟੀਟੀ ਨੂੰ ਹਜੇ ਦੱਸ ਨਹੀਂ ਸਕੇ, ਕਿਉਂਕਿ ਉਹਦਾ ਕਾਰਨ ਇਹ ਆ ਕਿ ਅਸੀਂ ਆਪਣੇ ਸਿੱਖ ਧਰਮ ਦਾ ਇੰਨੀ ਆਇਡੈਂਟੀਟੀ ਨੂੰ ਇਸ ਸਿਟੀ ਦੇ ਵਿੱਚ ਵੀ ਜਾਂ ਬਾਹਰ ਯੂਨਾਈਟਿਡ ਸਟੇਟ ਵਿੱਚ ਇੰਨਾ ਵਧਾ ਕੇ ਦੱਸ ਨਹੀਂ ਸਕੇ ਕਿ ਅਸੀਂ ਸਿੱਖ ਜਿਹੜੀ ਆ ਸਾਡੀ ਲੁੱਕ ਇਹ ਆ। ਇਸ ਕਰਕੇ ਅਸੀਂ ਜਿਹੜੇ ਹਮੇਸ਼ਾ ਹੀ ਜਿਹੜੇ ਵਿਕਟਮ ਬਣਦੇ ਆ, ਉਹ ਸਿੱਖ ਕੌਮ ਜਿਹੜੀ ਉਹ ਜ਼ਿਆਦਾ ਬਣਦੀ ਆ। ਭਾਵੇਂ ਕਿ ਸਿੱਖ ਜਿਹੜੀ ਕੌਮ ਆ ਇੱਕ ਪੀਸਫੁਲ ਕੌਮ ਆ, ਦੂਜੇ ਭਾਵੇਂ ਜਿਹੜੇ ਬੰਦੇ ਆਪਣੇ ਸਾਡੇ ਵਰਗੀ ਲੁੱਕ ਦੇ ਵਿੱਚ ਨਹੀਂ ਗਏ, ਜਿਹੜੇ ਕਿ ਪੱਗਾਂ ਬੰਨ੍ਹਦੇ ਨੇ, ਜਾਂ ਅਸੀਂ ਆਪਣੇ ਪੂਰੇ ਸਿੱਖੀ ਸਰੂਪ 'ਚ ਕਲੀਨ ਬੰਦਾ ਕੋਈ ਸ਼ਰਾਰਤ ਕਰਕੇ ਜਿੱਧਰ ਨੂੰ ਮਰਜ਼ੀ ਭੱਜਿਆ, ਉਹਨੂੰ ਕੋਈ ਛੇਤੀ ਨਹੀਂ ਫੜਦਾ, ਉਹਨੂੰ ਉਹ ਲੁਕ ਜਾਂਦਾ ਦੂਜਿਆਂ 'ਚ। ਸਾਡਾ ਕਾਰਨ ਇਹ ਹੀ ਆ ਕਿ ਅਸੀਂ ਕਿਸੇ 'ਚ ਭਾਵੇਂ ਅਸੀਂ ਇਕੱਲੇ ਵੀ ਤੁਰੇ ਜਾਂਦੇ ਹਾਂ, ਤੇ ਅਸੀਂ ਦੂਰੋਂ ਪਿਕਅਪ ਹੁੰਦੇ ਹਾਂ। ਤੁਸੀਂ ਪੁੱਛੋ, ਉਹਦੇ ਬਾਅਦ ਮੇਰੇ ਹੁਣ ਸਵਾਲ ਸ਼ੁਰੂ ਹੋ ਜਾਣਗੇ। ਜੀ ਸਵੇਰ ਦਾ ਮੈਂ ਇਸ ਚੀਜ਼ ਨੂੰ ਕਵਰ ਕਰ ਰਿਹਾ ਵਾਂ। ਮੈਂ ਔਰ ਮੇਰੀ ਕੈਮਰਾ ਟੀਮ ਉੱਥੇ ਸਭ ਤੋਂ ਪਹਿਲੇ ਸੀਗੇ। ਉੱਥੇ ਵੀ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ, ਹੋਰ ਵੀ ਜੋ ਪ੍ਰੋਫੈਸਰ ਹੈਗੇ ਨੇ। ਹਮੇਸ਼ਾ ਕਿਹਾ ਜਾਂਦਾ ਹੈ ਕਿ ਅਸੀਂ ਇਹਨਾਂ ਨੂੰ ਸਿਖਾਉਣਾ ਹੈ ਕਿ ਸਿੱਖ ਕੀ ਹੈਗੇ ਨੇ। 9/11 ਤੋਂ ਬਾਅਦ ਅਸੀਂ ਸਿਖਾਉਂਦੇ ਹੀ ਆ ਰਹੇ ਹਾਂ, ਹੋਰ ਕਿੰਨਾ ਕੁ ਸਿਖਾਈਏ? ਉਹਦੇ 'ਚ ਇਹ ਆ ਜੀ, ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਬੰਦੇ ਆ ਨਾ, ਕਈ ਵਾਰੀ ਇਹ ਡਰ ਜਾਂਦੇ ਨੇ
ਪਰ ਉਹ ਗਲਤ ਵਾ ਗੱਲ। ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਟਰੋਂਗ ਹੋ ਕੇ ਕੰਡੈਮਡ ਕਰਨਾ ਚਾਹੀਦਾ, ਨਾ ਕਿ ਉਹਨੂੰ ਉਹ ਉਸ ਨੇਬਰਹੁੱਡ 'ਚ ਰਹਿੰਦੇ ਨੇ ਵੀ ਇਹ ਕੱਲ੍ਹ ਨੂੰ ਮੈਨੂੰ ਕੀ ਕਰਨਗੇ ਕੀ ਨਹੀਂ ਕਰਨਗੇ। ਉਹਨਾਂ ਨੂੰ ਬਿਲਕੁਲ ਸਿਖਾਉਣ ਦੀ ਗੱਲ ਇਹ ਆ ਵੀ ਉਹ ਐਜੂਕੇਸ਼ਨ ਬੋਰਡ ਵੱਲੋਂ ਇਹਨਾਂ ਨੂੰ ਸਿਖਾਇਆ ਜਾਵੇ, ਜਿਹੜੀ ਕਿ ਇਹ ਜ਼ਰੂਰੀ ਨਹੀਂ ਹਰ ਇੱਕ ਬੱਚੇ ਨੂੰ ਪਤਾ ਵੀ ਇਹ ਕੌਣ ਨੇ। ਜੇ ਉਹਦੇ ਤੇ ਅਟੈਕ ਕੀਤਾ ਇਹਦਾ ਮਤਲਬ ਇਹ ਨਹੀਂਗਾ ਵੀ ਉਹਨਾਂ ਨੇ ਅਣਜਾਣੇ 'ਚ ਕੀਤਾ, ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਤਲਬ ਕਿ ਇਹ ਜਾਂ ਕੋਈ ਇਹਨੇ ਕੋਈ ਕ੍ਰਾਈਮ ਕੀਤਾ ਜਾਂ ਕੀ ਕੀਤਾ। ਉਹਨਾਂ ਜਾਣ ਕੇ ਉਹਨਾਂ ਨੂੰ ਪਤਾ ਕਿ ਇਨੋਸੈਂਟ ਹੋਏ। ਇਹ ਆਪਣੇ ਜਿਹੜੇ ਬੱਚੇ ਨੇ ਇੱਥੋਂ ਦੇ ਕਈ ਇਸ ਤਰ੍ਹਾਂ ਦੇ ਨੇ, ਮੈਂ ਸਮਝਦਾ ਵੀ ਕਿਸੇ ਧਰਮ ਦੇ ਉੱਤੇ ਜਾਂ ਕਿਸੇ ਦੀ ਵੀ ਕਿਸੇ ਇਨਸਾਨ ਦੇ ਉੱਤੇ ਹਿਊਮਨ ਬੀਇੰਗ ਦੇ ਉੱਤੇ ਕਈ ਵਾਰੀ ਸਾਡੀਆਂ ਮਾਵਾਂ ਭੈਣਾਂ ਕੱਲੀਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਵੀ ਅਟੈਕ ਹੋ ਸਕਦਾ। ਪਰ ਇਸ ਚੀਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਜਿਹੜੀ ਸਿਟੀ ਹੈ ਨਾ, ਮੈਂ ਸਮਝਦਾ ਕਿ ਜਿੰਨੀ ਵੀ ਸਿਟੀ ਆ ਇਹਨੂੰ NYPD ਨੂੰ ਆਪਣੇ ਰੂਲ ਜਿਹੜੇ ਆ ਉਹ ਕੱਸਣੇ ਚਾਹੀਦੇ ਨੇ। ਉਹਦੇ ਨਾਲ ਹਰ ਇੱਕ ਨੂੰ ਪਤਾ ਹੋਵੇ ਵੀ ਇਹਦੀ ਸਜ਼ਾ ਕੀ ਆ। एक चीज़ मैं पूछना चाहूँगा, एक चीज़ होर ताकि उस तो बाद लांबा साहब जो अपने सवाल पूछणगे। एक सवाल सर, जिवें डॉक्टर साहब हैगे ने वो कहंदे ने उन्हां नूं किसी ने पुछया कि अगर तुहाडे सामने वो आ जाण ते वो कहंदे ने मैं उन्हां नूं माफ़ कर दित्ता, क्या ये स्टैप सही है? नहीं, ये बिल्कुल गलत है। डॉक्टर साहब जे वो भावें डॉक्टर साहब ये कहिंदे मैं उन्हां नूं माफ़ करदा, मैं नहीं उन्हां दी तुलना करनी चाहुंदा भी किसी होर चीज़ दे नाल, पर इज क्राइम। अगर डॉक्टर साहब ने उन्होंने मारिया जिथे ब्लड इनवॉल्व आ, न्यूयॉर्क स्टेट का लॉ आ, ही शुड बी अरेस्टेड एंड डॉक्टर शुड हैज ए रिस्पॉन्सिबिलिटी टू प्रोसीक्यूट दैम। अगर वो अपनी विटनेस के नाल उन्होंने प्रोसीक्यूट नहीं कराना चाहते, इसका मतलब ये नहीं है कि डॉक्टर साहब है को कहिंदे कि मेरा फिजिकल केस है। इस पूरी सिख कौम का केस है। जदों असीं इन्हां चीज़ों नूं नहीं स्टॉप करांगे तो इन्हां चीज़ों नूं सानूं तकड़े हो के कंडेम्ड करना चाहिए। असीं उन्हां नूं माफ मूफ वाली गल नहीं होनी चाहिए। इहदे च लांबा साहब तुहाडे सवाल सर। जी सर, ਛੋਟੀ ਜੀ ਬੇਨਤੀ ਕਰਨਾ ਚਾਹੁੰਦਾ, ਤੁਸੀਂ ਇਹ ਗੱਲ ਜਿਹੜੀ ਕਹੀ ਹੈ ਬਹੁਤ ਅੱਛੀ ਗੱਲ ਹੈ ਕਿ ਰੱਬ ਵੀ ਨਿਆਂ ਕਰਦਾ ਹੈ, ਸਟੇਟ ਵੀ ਨਿਆਂ ਕਰਦੀ ਹੈ। ਗਲਤ ਬੰਦੇ ਨੂੰ ਛੱਡ ਦੇਣਾ ਇਹ ਨਾ ਇਨਸਾਫੀ ਹੈ, ਔਰ ਨਜਾਇਜ਼ ਬੰਦੇ ਨੂੰ ਸਜ਼ਾ ਦੇ ਦੇਣੀ ਇਹ ਵੀ ਨਾ ਇਨਸਾਫੀ ਹੈ। ਇਹ ਬਿਲਕੁਲ ਸਹੀ ਹੈ, ਨਿਆਂ ਹੋਣਾ ਚਾਹੀਦਾ। ਦੂਜੀ ਗੱਲ ਇਹ ਵੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਡਾਕਟਰ ਸਾਹਿਬ ਦਾ ਨਿੱਜੀ ਮਾਮਲਾ ਨਹੀਂ ਹੈ, ਮਾਮਲਾ ਕੌਮ ਦਾ ਹੈ, ਕੌਮੀ ਪੱਗ ਦਾ ਹੈ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਕਿ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਪਾਣੀ ਪੈਂਦੀ ਹੈ। ਸੋ ਇਹ ਦਸਤਾਰ ਦੇ ਕਰਕੇ ਜੋ ਕੁਝ ਹੋਇਆ ਹੈ ਇਹ ਇੰਡੀਵਿਜੂਅਲ ਨਹੀਂ। ਪਰ ਕੰਗ ਸਾਹਿਬ ਇੱਕ ਬੇਨਤੀ ਹੈ ਕਿ ਤੁਹਾਡੇ ਗੁਰੂ ਘਰ ਦੇ ਵਿੱਚ, ਗੁਰਦੁਆਰਾ ਸਾਹਿਬ ਵਿੱਚ ਸਾਰੇ ਜਿਹੜੇ ਪੋਲੀਟੀਕਲ ਬੰਦੇ ਦੂਜੇ ਤੀਜੇ ਆਉਂਦੇ ਹੈ, ਤੁਸੀਂ ਕੀ ਇਹ ਨਹੀਂ ਸਮਝਦੇ ਕਿ ਜੇਕਰ ਇੱਕ ਚੀਜ਼ ਤੁਸੀਂ ਕਰਵਾ ਸਕੋ ਕਿ ਪੁਲਿਸ ਦੇ ਵਿੱਚ ਸਾਬਤ ਸੂਰਤ ਵਿਅਕਤੀ ਅਗਰ ਸਿੱਖ ਭਰਤੀ ਹੋ ਜਾਣ ਔਰ ਸ਼ਹਿਰ ਦੇ ਵਿੱਚ 50 ਬੰਦਾ ਵੀ ਅਗਰ ਇਸ ਤਰ੍ਹਾਂ ਦਾ ਹੋਏਗਾ ਤੇ ਮੇਰਾ ਖਿਆਲ ਹੈ ਕਿ ਉਹ ਇੱਕ ਬੜਾ ਵੱਡਾ ਸੁਨੇਹਾ ਇੱਕ ਹਰ ਚੀਜ਼ ਹੋਏਗੀ, ਕਿਉਂਕਿ ਦਸਤਾਰ ਔਰ ਦਸਤਾਰ ਦੇ ਨਾਲ ਇੱਥੇ ਦੀ ਸਟੇਟ ਦੀ ਤਾਕਤ ਵੀ ਨਾਲ ਜੁੜ ਜਾਏਗੀ। ਇਹਦੇ ਲਈ ਤੁਸੀਂ ਪ੍ਰਾਇੋਰਟੀ ਦੇ ਉੱਤੇ ਕੋਈ ਕੋਸ਼ਿਸ਼ ਕਰੋਗੇ? ਲਾਂਬਾ ਸਾਹਿਬ ਬਿਲਕੁਲ ਤੁਹਾਡਾ ਇਹ ਰਾਈਟ ਕੁਐਸਚਨ ਆ, ਕਿਉਂਕਿ ਐਰਕੀ ਜਿਹੜਾ ਡੈਮੋਕ੍ਰੇਟ ਦਾ ਲੀਡਿੰਗ ਕੈਂਡੀਡੇਟ ਆ ਇਸ ਵੇਲੇ, ਜਿਹੜਾ ਮਤਲਬ ਕਿ ਨਿਊਯਾਰਕ ਸਿਟੀ ਦੇ ਮੇਅਰ ਦਾ ਮੈਂ ਕਹਿ ਸਕਦਾ ਲੀਡਿੰਗ ਕੈਂਡੀਡੇਟ ਆ, ਉਹ ਬਿਲ ਦੀ ਬਲਾਜ਼ੀਓ ਆ। ਉਹਨਾਂ ਨੇ ਇਸ ਗੁਰੂ ਘਰ ਦੇ ਵਿੱਚ ਆ ਕੇ, ਮੈਂ ਪਹਿਲੀ ਵਾਰੀ ਸਮਝਦਾ ਕਿ ਪੋਲੀਟੀਕਲ ਲੀਡਰ ਨੇ ਜਿਹੜੇ ਹੁੰਦੇ ਨੇ ਉਹਨਾਂ ਨੇ ਆ ਕੇ ਪਹਿਲੀ ਵਾਰੀ ਵੀ ਇੱਥੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਿਆ। ਉਹਨਾਂ ਨੇ ਸਾਡੀ ਕਿਚਨ ਨੂੰ ਵੇਖਿਆ, ਸਾਡੇ ਧਰਮ ਨੂੰ ਵੇਖਿਆ। ਉਹਨਾਂ ਨੇ ਸਾਡੇ ਨਾਲ ਇਹ ਪ੍ਰੋਮਿਸ, ਜਦੋਂ ਇਹੋ ਜਿਹਾ ਬੰਦਾ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਆਪਣੀ ਬਲੈਸਿੰਗ ਲੈ ਕੇ ਜਾਂਦਾ, ਤੇ ਇਹ ਮੈਂ ਸਮਝਦਾ ਵਾਂ ਵੀ ਕੋਈ ਦਿਨ ਦੂਰ ਨਹੀਂਗਾ ਕਿ ਧਰਮ ਦੇ ਉੱਤੇ ਜਿੱਦਾਂ ਸਟੇਟ ਦੀ ਅਸੈਂਬਲੀ ਦੇ ਵਿੱਚ ਇਹ ਲਾ ਪਾਸ ਹੋ ਗਿਆ ਵਾ ਕਿ ਕਿਸੇ ਵੀ ਧਰਮ ਦੇ ਬੇਸ ਦੇ ਉੱਤੇ ਕਿਸੇ ਨੂੰ ਜੌਬ ਤੋਂ ਡਿਸਕ੍ਰਿਮੀਨੇਟ ਨਹੀਂ ਕੀਤਾ ਜਾਏਗਾ। ਮੈਂ ਸਾਡੇ ਸਿਟੀ ਕੰਟਰੋਲਰ ਜੌਨ ਲੂ ਦਾ ਵੀ ਬਹੁਤ ਧੰਨਵਾਦੀ ਹਾਂ, ਕਿਉਂਕਿ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਜ਼ੋਰ ਸਿੱਖਾਂ ਦੇ ਨਾਲ, ਯੂਨਾਈਟਿਡ ਸਿੱਖ ਕੋਲੀਸ਼ਨ ਦੇ ਨਾਲ ਲਾ ਕੇ, ਸਿੱਖ ਸੋਸਾਇਟੀ ਦਾ ਨਾਂ ਵੀ ਨਾਲ, ਅਸੀਂ ਸਾਰਿਆਂ ਨੇ ਬੜਾ ਜ਼ੋਰ ਲਾਇਆ। ਪਰ ਜਿਹੜਾ ਸਾਡਾ ਇਸ ਵੇਲੇ ਪੁਲਿਸ ਕਮਿਸ਼ਨਰ ਸੀ ਕੈਲੀ, ਉਹ ਮਤਲਬ ਕਿ ਮੈਂ ਨਹੀਂ ਸਮਝਦਾ ਵੀ ਵਾਈ ਹੀ ਮਤਲਬ ਕਿ ਡਿਨਾਈ ਐਟ ਦਾ ਟਾਈਮ, ਕਿਉਂਕਿ ਬਲੂਮਬਰਗ ਮੇਅਰ ਸਾਹਿਬ ਸਾਡੇ ਗੁਰੂ ਘਰ ਆਏ ਸੀ, ਅਸੀਂ ਉਹਨਾਂ ਨੂੰ ਵੀ ਇੱਕ ਕੁਐਸਚਨ ਰੱਖਿਆ ਸੀ। ਉਹਨਾਂ ਨੇ ਵੀ ਸਾਨੂੰ ਇਹ ਕਿਹਾ ਸੀ ਕਿ ਠੀਕ ਆ, ਵੀ ਕੈਨ ਡਿਸਕਸ ਵਿਦ ਦੀ ਪੁਲਿਸ ਕਮਿਸ਼ਨਰ। ਮੈਂ ਸਮਝਦਾ ਕਿ ਜਿਹੜਾ ਨਵਾਂ ਮੇਅਰ ਆ ਉਹ ਇਸ ਪਾਲਿਸੀ ਨੂੰ ਜ਼ਰੂਰ ਅਮੈਂਡ ਕਰੇਗਾ। ਤੇ ਸਾਡੀ ਜਿਹੜੀ ਸਿੱਖਾਂ ਦੀ ਭਰਤੀ ਆ, ਜਦੋਂ ਉਹ ਪੁਲਿਸ ਦੇ ਵਿੱਚ ਬਿਲਕੁਲ ਸਹੀ ਆ ਕਿ ਜਿਹੜੇ ਇਹ ਲੋਕ ਕ੍ਰਾਈਮ ਕਰਦੇ ਨੇ, ਜਦੋਂ ਨੂੰ ਇਹਨਾਂ ਨੂੰ ਫੜਨ ਵਾਲੇ ਸਿੱਖਾਂ ਦੇ ਸਰੂਪ ਦੇ ਵਿੱਚ ਹੋਣਗੇ ਤੇ ਉਸ ਟਾਈਮ ਇਹ ਕ੍ਰਾਈਮ ਆਟੋਮੈਟਿਕਲੀ ਘਟੂਗਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਹੈ ਕੌਣ ਨੇ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ, ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਵੀ ਇਹ ਛੇਤੀ ਤੋਂ ਛੇਤੀ ਜਦੋਂ ਜਨਵਰੀ 'ਚੋਂ ਵਾਅਦਾ ਬਣਨਾ, ਸਿਟੀ ਕੌਂਸਲ ਵੱਲੋਂ ਇਹ ਜਿਹੜਾ ਲਾਅ ਆ ਇਹ ਪਾਸ ਹੋ ਕੇ ਮੇਅਰ ਇਹਦਾ ਜੋ ਹੋਏਗਾ ਉਹ ਪਾਲਿਸੀਆਂ ਨੂੰ ਜ਼ਰੂਰ ਅਮੈਂਡ ਕਰੇਗਾ। ਸਿੱਖਾਂ ਦੀ ਪੁਲਿਸ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਭਰਤੀ ਹੋਏਗੀ। ਕਿ ਕਾਨੂੰਨ ਜਿਹੜਾ ਇਹਦੀਆਂ ਬੜੀਆਂ ਪੇਚੀਦਗੀਆਂ ਹੁੰਦੀਆਂ, ਇਹਦੇ 'ਚ ਛੇਕ ਬੜੇ ਹੁੰਦੇ ਆ, ਮੋਰੀਆਂ ਬੜੀਆਂ ਹੁੰਦੀਆਂ,
ਤੁਸੀਂ ਜਿਹੜੀ ਗੱਲ ਕਹੀ ਬੜੀ ਚੰਗੀ ਗੱਲ ਹੈ ਕਿ ਉਹ ਜਿਹੜੇ ਆਏ ਤੁਹਾਡੇ ਕੋਲ ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਕਿਸੇ ਧਰਮ ਨਾਲ ਵਿਤਕਰਾ ਨਹੀਂ ਕਰਾਂਗੇ, ਕਿਸੇ ਨਾਲ ਵੀ ਅਸੀਂ ਕਰਾਂਗੇ, ਪਰ ਕੱਲ੍ਹ ਨੂੰ ਜੇਕਰ ਸਾਡੇ ਵਿੱਚੋਂ ਕੋਈ ਐਸਾ ਜਿਹਦਾ ਖੁਦ ਦਾ ਸਰੂਪ ਨਾ ਹੋਏ ਉਹ ਵੀ ਖੜਾ ਹੋ ਜਾਏ, ਜੀ ਮੇਰੇ ਨਾਲ ਤੁਸੀਂ ਕਿੱਦਾਂ ਵਿਤਕਰਾ ਕਰ ਰਹੇ ਹੋ, ਮੈਂ ਤਾਂ ਸਿੱਖ ਹਾਂ। ਸੋ ਜਿਹੜਾ ਕਾਨੂੰਨ ਬਣਵਾਉਣਾ ਹੈ ਉਹ ਇਹ ਹੋਏ ਕਿ ਜਿਹੜਾ ਦਸਤਾਰ ਦੇ ਨਾਲ ਔਰ ਸਾਬਤ ਸੂਰਤ ਹੋਏ ਤਾਂ ਉਹਦਾ ਫਾਇਦਾ ਹੋਏਗਾ, ਨਹੀਂ ਤਾਂ ਉਲਟਾ ਨੁਕਸਾਨ ਹੋਏਗਾ। ਨਹੀਂ ਵੇਖੋ, ਜਿਹੜਾ ਤੇ ਲਾਅ ਬਣਨਾ ਨਾ ਨਿਊਯਾਰਕ ਸਿਟੀ ਦੇ ਵਿੱਚ ਉਹ ਤੇ ਇਹੋ ਹੀ ਬਣਨਾ ਵੀ ਜਿਹੜਾ ਜਿੱਦਾਂ ਅਸੀਂ ਸਿੱਖਵਾਂ 5 ਕਕਾਰਾਂ ਦੇ ਧਾਰਨੀ ਆ, ਜਿੱਦਾਂ ਜੂਸ਼ ਕੌਮ ਨੇ ਉਹ ਆਪਣੇ ਧਰਮ ਚਿੰਨ੍ਹ ਪਹਿਨਦੇ ਨੇ, ਉਹ ਲਾਅ ਤਾਂ ਇਹੋ ਹੀ ਬਣਨਾ ਵਾ ਕਿ ਜਿਹਨੂੰ ਜੋਬ ਮਿਲਣੀ ਆ, ਸਿਟੀ ਦੀ ਜੋਬ ਜਾਂ ਸਟੇਟ ਦੀ ਜੋਬ, ਜਿੱਦਾਂ ਅਸੈਂਬਲੀ 'ਚੋਂ ਪਾਸ ਹੋਇਆ, ਜੇ ਉਹ ਸਟੇਟ ਦੇ ਸੈਨੇਟ 'ਚ ਨਹੀਂ ਗਿਆ, ਪਰ ਉਹ ਗਵਰਨਰ ਨੇ ਕਿਹਾ ਕਿ ਜੇ ਪਾਸ ਹੋ ਕੇ ਆਉਂਦਾ ਤਾਂ ਮੈਂ ਰਾਈਟ ਵੇ ਸਟੇਟ ਦੇ ਉੱਤੇ ਉਹਨਾਂ ਨੂੰ ਆਪਣੇ ਕਰਾਂਗਾ। ਪਰ ਉਹਦੇ 'ਚ ਇਹੋ ਹੀ ਆ ਵੀ ਜਦੋਂ ਸਾਨੂੰ ਇਹ ਲਾਭ ਬਣ ਗਿਆ ਫਿਰ ਅਸੀਂ ਆਪਣਾ ਜੋ ਲੀਗਲ ਸਾਡੇ ਧਰਮ ਦੇ 5 ਕਕਾਰ ਨੇ ਉਹ ਸਾਨੂੰ ਪਹਿਨ ਕੇ ਅਸੀਂ ਆਪਣੀ ਜੌਬ ਕਰਨੀ ਹੈ, ਉਹਦੇ 'ਚ ਸਾਨੂੰ ਹੋਰ ਤੇ ਹੋ ਨਹੀਂ ਸਕਦੀ। ਗੱਲ ਜਿਹੜੀ ਬੜੀ ਅੱਛੀ ਹੈ ਹੈਰੀ ਜੀ। ਹੈਰੀ ਜੀ ਸਰ, ਹਾਂ, ਮੈਂ ਇੱਕ ਛੋਟਾ ਜਿਹਾ ਹੋਰ ਨੁਕਤਾ ਕੰਗ ਸਾਹਿਬ ਦੇ ਨਜ਼ਰ ਕਰਨਾ ਚਾਹਾਂਗਾ। ਕੰਗ ਸਾਹਿਬ ਜਦੋਂ ਅੰਗਰੇਜ਼ ਆਏ ਸੀ ਤੇ ਮੈਂ ਉਸੀ ਗੱਲ ਕਰਾਂਗੇ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਦੁਬਾਰਾ ਤੁਸੀਂ ਕੰਗ ਸਾਹਿਬ ਨੂੰ ਲੈ ਕੇ ਆਣਾ, ਅਸੀਂ ਇੱਕ ਛੋਟਾ ਜਿਹਾ ਨੁਕਤਾ ਉਹਨਾਂ ਨਾਲ ਵਿਚਾਰਾਂਗੇ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਨੂੰ ਅਸੀਂ ਡਾਕਟਰ ਪ੍ਰਭਜੋਤ ਸਿੰਘ ਜੀ ਤੇ ਹੋਏ ਹਮਲੇ ਦੇ ਨਸਲੀ ਹਮਲੇ ਔਰ ਨਸਲੀ ਵਿਤਕਰੇ ਕਰਕੇ ਹੋਏ ਉਸ ਦੁਰਘਟਨਾ ਬਾਰੇ ਜਾਣੂ ਕਰਵਾ ਰਹੇ ਹਾਂ। ਸਾਡੀ ਟੀਮ ਇਸ ਵੇਲੇ ਗੁਰਦੁਆਰਾ ਸਾਹਿਬ 118 ਰਿਚਮੰਡ ਹਿੱਲ ਸਿੱਖ ਕਲਚਰਲ ਸੈਂਟਰ ਵਿੱਚ ਹੈ, ਜਿੱਥੇ ਸਾਰੇ ਪਤਵੰਤੇ ਮੌਜੂਦ ਹਨ। ਹਾਂਜੀ, ਮੈਂ ਇੱਕ ਕੰਗ ਸਾਹਿਬ ਨੇ ਜਿਹੜੀ ਸੁਜੈਸ਼ਨ ਦਿੱਤੀ ਸੀ ਕਿ ਅਸੀਂ ਸਾਬਤ ਸੂਰਤ ਕਰਾਂਗੇ, ਮੈਂ ਇੱਕ ਛੋਟਾ ਜਿਹਾ ਨੁਕਤਾ ਦੇਣਾ ਮੈਂ ਚਾਹਾਂਗਾ ਜੇ ਢਿੱਲੋਂ ਸਾਹਿਬ ਇਹਦਾ ਜਵਾਬ ਦੇ ਦੇਣ ਕਿ ਜਦੋਂ ਸਿੱਖ ਰੈਜੀਮੈਂਟ ਅੰਗਰੇਜ਼ਾਂ ਨੇ ਬਣਾਈ ਸੀ ਤੇ ਉਹਨਾਂ ਦੀ ਦਸਤਾਰ ਦਾ ਇੱਕ ਡਿਜ਼ਾਈਨ ਵੀ ਮੁਕਰਰ ਕੀਤਾ, ਔਰ ਇੱਕ ਚੀਜ਼ ਹੋਰ ਉਹਨਾਂ ਨੇ ਖਾਸ, ਦੇਖੋ ਛੋਟਾ ਜਿਹਾ ਨੁਕਤਾ ਹੈ ਕਿ ਕੇਵਲ ਔਰ ਕੇਵਲ ਉਹ ਸਿੱਖ ਹੀ ਹੈ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕੁੰਡੀਆਂ ਮੁੱਛਾਂ ਸਿੱਧੇ ਦਾੜੇ, ਉਹ ਮੁੱਛਾਂ ਨੂੰ ਕੁੰਡਲ ਦੇ ਕੇ ਰੱਖਦੇ ਸੀ ਜਿਵੇਂ ਨਿੰਬੂ ਟਿਕਦੇ ਸੀ, ਜਿਵੇਂ ਤੁਹਾਡੇ ਕੋਲ ਐਗਜ਼ਾਮਪਲ ਖੱਟੜਾ ਸਾਹਿਬ ਦਾ ਹੈਗਾ। ਸੋ ਇਹ ਜ਼ਰੂਰ ਕਰੋ ਜਿਹੜਾ ਪੁਲਿਸ ਵਿੱਚ ਹੋਏ, ਕਿਉਂਕਿ ਹੋਰ ਕਿਸੇ ਕੌਮ ਨੇ ਐਦਾਂ ਦੀਆਂ ਮੁੱਛਾਂ ਨਹੀਂ ਰੱਖੀਆਂ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੋਂ ਸਭ ਤੋਂ ਪਹਿਲਾਂ ਲਾਂਬਾ ਸਾਹਿਬ ਜਿਹੜੀ ਮਨਹਾਟਨ ਕੋਲੰਬੀਆ ਯੂਨੀਵਰਸਿਟੀ ਵਿੱਚ ਘਟਨਾ ਹੋਈ ਆ, ਇਹ ਬਹੁਤ ਮਾੜੀ ਹੋਈ ਆ। ਜਿਹੜੀ ਤੁਸੀਂ ਫੌਜ ਦੀ ਗੱਲ ਕੀਤੀ ਆ, ਮੈਂ ਖੁਦ ਸਿੱਖ ਆਰਮੀ ਦੇ ਵਿੱਚ ਰਿਹਾ। ਸਿੱਖ ਆਰਮੀ ਦੇ ਵਿੱਚ ਇੱਕ ਦਸਤੂਰ ਹੈਗਾ ਵੀ ਦਾੜੀ ਰੱਖਣੀ, ਜਾਂ ਤੁਸੀਂ ਪੁੱਠੀ ਦਾੜੀ ਚਾੜਨੀ ਆ ਜਾਂ ਸਿੱਧੀ ਦਾੜੀ ਚਾੜਨੀ ਆ। ਦੂਸਰੀ ਪੱਗ ਜਿਹੜੀ ਉਹਦੇ 7 ਵਾਲ ਹੋਣੇ ਚਾਹੀਦੇ ਆ। ਮੈਂ ਖੁਦ ਉੱਥੇ ਬੰਨ੍ਹਦਾ ਰਿਹਾ, ਮੈਂ ਆਰਮੀ ਦੇ ਵਿੱਚ ਰਿਹਾ। ਇਹ ਜੇਕਰ ਇੱਥੇ ਵੀ ਜਿਸ ਤਰ੍ਹਾਂ ਮਤਲਬ ਪੁਲਿਸ ਦੇ ਵਿੱਚ ਜਾਂ ਆਰਮੀ ਦੇ ਵਿੱਚ ਕੋਈ ਕਾਨੂੰਨ ਇੱਥੇ ਬਣਦਾ, ਕੱਲ ਨੂੰ ਸਿੱਖ ਭਰਤੀ ਹੁੰਦੇ ਆ, ਉਹਦੇ ਵਿੱਚ ਵੀ ਅਸੀਂ ਜ਼ਰੂਰ ਕਵਾਂਗੇ ਜਿੱਦਾਂ ਇੰਡੀਆ ਆਰਮੀ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਵਿੱਚ ਜਿਸ ਤਰ੍ਹਾਂ ਕਿ ਪੱਗ ਦੇ ਵਿੱਚ 7 ਵਾਲ ਹੁੰਦੇ ਆ, ਇਦਾਂ ਹੀ ਅਸੀਂ ਵੀ ਕਵਾਂਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਮਤਲਬ ਵਧੀਆ ਦਸਤਾਰ ਜਿਹੜੀ ਉਹ ਸਿੱਖ ਜਦੋਂ ਸਟਰੀਟਾਂ ਤੇ ਤੁਰੇ ਤੇ ਵਧੀਆ ਲੱਗੇ। ਜਿਹੜੀ ਯੂਨੀਵਰਸਿਟੀ ਦੀ ਆਪਾਂ ਕੋਲੰਬੀਆ ਯੂਨੀਵਰਸਿਟੀ ਦੀ ਲਾਂਬਾ ਸਾਹਿਬ ਗੱਲ ਕਰਦੇ ਆ, ਉੱਥੇ ਅੱਜ ਤੋਂ ਕੁਝ ਸਾਲ ਪਹਿਲੋਂ ਆਪਣੇ ਮਾਨ ਸਾਹਿਬ ਪ੍ਰੋਫੈਸਰ ਹੁੰਦੇ ਸੀ। ਉੱਥੇ ਸਿੱਖ ਚੇਅਰ ਗੱਲ ਦੀ ਮਤਲਬ ਸਿੱਖ ਚੇਅਰ ਦੀ ਮਤਲਬ ਗੱਲ ਕਾਫੀ ਦੇਰ ਚੱਲਦੀ ਰਹੀ। ਉੱਥੇ ਮਾਨ ਸਾਹਿਬ ਪੜ੍ਹਾਉਂਦੇ ਵੀ ਰਹੇ ਬਹੁਤ ਚਿਰ ਉਸ ਏਰੀਏ ਦੇ ਵਿੱਚ, ਉਸ ਯੂਨੀਵਰਸਿਟੀ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਸਿੱਖ ਸਾਰੇ ਇਕੱਠੇ ਹੋ ਕੇ ਇਹ ਉੱਥੇ ਸਿੱਖ ਜਿਹੜੀ ਚੇਅਰ ਆ ਉਹਨੂੰ ਸਥਾਪਿਤ ਕਰਨਾ ਚਾਹੁੰਦੇ ਸੀ, ਪਰ ਕੁਛ ਮਤਲਬ ਸਾਡਾ ਸਿੱਖਾਂ ਦਾ ਇਕੱਠ ਨਾ ਹੋਣ ਕਰਕੇ ਉਹ ਜਿਹੜੀ ਚੇਅਰ ਉੱਥੇ ਨਹੀਂ ਬਣ ਸਕੀ ਤੇ ਮਾਨ ਸਾਹਿਬ ਨੂੰ ਉਸ ਯੂਨੀਵਰਸਿਟੀ ਤੋਂ ਨਿਕਲ ਕੇ ਕਿਤੇ ਹੋਰ ਜਾਣਾ ਪਿਆ। ਦੂਸਰਾ ਲਾਂਬਾ ਸਾਹਿਬ, ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਉਸ ਏਰੀਏ ਦੇ ਹਰਲਮ ਦੇ ਵਿੱਚ ਜਿਹੜਾ ਏਰੀਆ ਹੈ ਨਾ, ਉੱਥੇ ਤਕਰੀਬਨ ਮੇਰਾ ਬਿਜ਼ਨਸ ਜਿਹੜਾ 3 ਗੈਸ ਸਟੇਸ਼ਨ ਰਹੇ ਆ, ਜਿਸ ਦੇ ਉੱਤੇ ਮੈਂ ਉਦੋਂ ਦਸਤਾਰ ਬੰਨ੍ਹਦਾ ਸੀ। ਮੇਰੇ ਵੀ ਜਿਹੜੀ ਗੋਲੀ ਲੱਗੀ ਉਸ 125 ਤੇ 673 ਵੈਸਟ 125 ਸਟਰੀਟ, ਉਹ ਗੈਸ ਸਟੇਸ਼ਨ ਦਾ ਨਾਮ ਆ। ਮੇਰੇ ਵੀ ਉੱਥੇ ਬਾਂਹ ਤੇ ਗੋਲੀ ਲੱਗੀ ਸੀ, ਪਰ ਮੇਰੇ ਜਦੋਂ ਗੋਲੀ ਲੱਗੀ ਸੀ ਉਸ ਦਾ ਮਤਲਬ ਹੋਰ ਸੀ, ਕੋਈ ਰੋਬਰੀ ਸੀਗੀ, ਕੁਝ ਆਦਮੀ ਮੇਰੇ ਪਿੱਛੇ ਲੱਗੇ ਹੋਏ ਸੀ।
ਦੂਸਰਾ ਜਿਹੜਾ ਉਹ ਏਰੀਆ ਅੱਜ ਤੋਂ 15-20 ਸਾਲ ਪਹਿਲੋਂ ਜਿਹੜਾ ਹਾਰਲਮ ਦਾ ਏਰੀਆ ਉਹ ਡੇਂਜਰਸ ਏਰੀਆ ਮਨਹਾਟਨ ਦੇ ਵਿੱਚ ਸਭ ਤੋਂ ਮੰਨਿਆ ਜਾਂਦਾ ਸੀ। ਕਾਫੀ ਉੱਥੇ ਰੌਬਰੀਆਂ, ਕਾਫੀ ਚੋਰੀ ਹੁੰਦੀਆਂ ਸੀਗੀਆਂ। ਅਸੀਂ ਵੀ ਉੱਥੇ 10 ਸਾਲ ਮਤਲਬ ਤੁਰੇ ਫਿਰਦੇ ਰਹੇ ਹਾਂ। ਬਹੁਤ ਜ਼ਿਆਦਾ ਸਾਡੇ ਕੋਲ ਅਕਾਊਂਟ ਸੀਗੇ। ਅਸੀਂ ਉਹਨਾਂ ਤੋਂ ਮਤਲਬ ਗੱਡੀ ਦੇ ਵਿੱਚ ਬਹਿ ਕੇ ਜਾਂ ਉਹਨਾਂ ਤੋਂ ਮਤਲਬ ਜਿਹੜਾ ਚਾਰਜ ਅਕਾਊਂਟ ਉਹਨਾਂ ਦੇ ਹੁੰਦੇ ਸੀ, ਅਸੀਂ ਉਹਨਾਂ ਤੋਂ ਪੈਸਾ ਵੀ ਕਲੈਕਟ ਕਰਦੇ ਰਹੇ ਹਾਂ। ਦੂਸਰਾ ਜਿਹੜੀ ਸਿੱਖਾਂ ਦੀ ਗੱਲ ਕਰਦੇ ਹਾਂ ਆਪਾਂ, ਅੱਜ ਪੂਰੇ ਮਤਲਬ ਜੇ ਅਮਰੀਕਾ ਦੀ ਗੱਲ ਕਰੀਏ ਤੇ ਕਾਫੀ ਸਿੱਖਾਂ ਦੀਆਂ ਮਤਲਬ ਜਿਹੜੀ ਹੁਣ ਤੱਕ ਮਤਲਬ ਜਿਹੜੇ ਮਰਡਰ ਹੋ ਚੁੱਕੇ ਆ, ਬਹੁਤ ਜ਼ਿਆਦਾ ਕਤਲ ਹੋ ਚੁੱਕੇ, ਬਹੁਤ ਜ਼ਿਆਦੀਆਂ ਸ਼ੂਟਿੰਗਾਂ ਹੋ ਚੁੱਕੀਆਂ। ਜਿਹੜੀਆਂ ਐਜੂਕੇਸ਼ਨ ਦੀ ਗੱਲ ਕਰਦੇ ਆ ਵੀ ਅਸੀਂ ਸਿੱਖਾਂ ਨੂੰ ਐਜੂਕੇਸ਼ਨ ਨਹੀਂ ਕਰ ਸਕੇ, ਮੈਂ ਸਮਝਦਾ ਵੀ ਇਹ ਗਲਤ ਗੱਲ ਆ। ਹਰ ਦੁਨੀਆ ਦੇ ਵਿੱਚ ਜਿਹੜੇ ਮੈਂਟਲ ਨਾਂ ਦੀ ਦੁਨੀਆ ਜਾਂ ਅਨਐਜੂਕੇਟਡ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਬਹੁਤ ਜ਼ਿਆਦਾ ਦੁਨੀਆ ਦੇ ਆ। ਜਦੋਂ ਵੀ ਕੋਈ ਸਿੱਖ ਦੇ ਮਤਲਬ ਜਿਹੜਾ ਸਾਡੇ ਤੇ ਕ੍ਰਾਈਮ ਕਰਦਾ ਕੋਈ ਵੀ ਬੰਦਾ, ਜਿਸ ਤਰ੍ਹਾਂ ਕਿ ਮੈਂ 289 ਹੈਮਿਲਟਨ ਸਟੇਸ਼ਨ, ਸਾਡਾ ਗੈਸ ਸਟੇਸ਼ਨ, ਉੱਥੇ ਨਿਊ ਖਾਲਸੇ ਦਾ ਇੱਕ ਗੈਸਲੀਨ ਦਾ ਸਾਈਨ ਲਾਇਆ ਹੋਇਆ ਸੀ। ਮੈਂ ਉੱਥੇ ਖੜਾ ਸੀ ਤੇ ਕਿਸੇ ਜੰਗ ਮੁੰਡੇ ਆਏ ਗੱਡੀ ਦੇ ਵਿੱਚ ਤੇ ਉਹਨੇ ਮੇਰੇ ਬੋਤਲ ਜਿਹੜੀ ਮਾਰੀ ਪਿਛਲੇ ਬੰਨੇ, ਉਹ ਮੇਰੇ ਬੋਤਲ ਵੱਜੀ ਤੇ ਮੈਨੂੰ ਉਹਨਾਂ ਨੇ ਕਿਹਾ ਬੈਡ ਲੈਂਗੁਏਜ ਬਿਲ ਲਾਦਰ ਲੈ ਕੇ ਬੋਲਿਆ ਤੇ ਮੈਂ ਉਹੀ ਬੋਤਲ ਚੱਕੀ ਤੇ ਵਾਪਸ ਉਸੇ ਗੱਡੀ ਦੇ ਵਿੱਚ ਮਾਰੀ। ਜਦੋਂ ਮੈਂ ਮਾਰੀ ਤਾਂ ਉਹ ਮੁੰਡੇ ਉੱਥੋਂ ਭੱਜ ਗਏ ਜਦੋਂ ਅਸੀਂ ਉਹਨਾਂ ਨਾਲ ਹੋਏ। ਜਦੋਂ ਅਸੀਂ ਕੋਈ ਨਾ ਕੋਈ ਸਾਡੇ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ, ਸਾਨੂੰ ਚਾਹੀਦਾ ਆਪਣੇ ਆਪ ਨੂੰ ਡਿਫੈਂਡ ਕਰਨਾ। ਇਹ ਨਹੀਂ ਵੀ ਅਸੀਂ ਉਹਨਾਂ ਅੱਗੇ ਹਥਿਆਰ ਸਿੱਟ ਦਈਏ ਤੇ ਜੋ ਮਰਜ਼ੀ ਸਾਨੂੰ ਕੁੱਟੀ ਮਾਰੀ ਜਾਣ। ਇਹ ਸਾਡੇ ਤੇ ਜਿਹੜਾ ਹੇਟ ਕ੍ਰਾਈਮ ਆ ਇਹ ਕਾਫੀ ਚਿਰ ਤੋਂ ਹੁੰਦਾ ਆ। ਦੂਸਰਾ ਸਾਡੀ ਗਿਣਤੀ ਵੀ ਬਹੁਤ ਘੱਟ ਆ। ਜਦੋਂ ਅਸੀਂ ਗਿਣਤੀ ਹੁਣ ਕਿਤੇ ਵੀ ਗਿਣਤੀ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਇੱਕ ਸਿੱਖ ਜਾਂ 2 ਸਿੱਖ ਹੁੰਦਾ, 400 ਬੰਦਾ 500 ਕਿਤੇ ਸਿਟੀ ਦੇ ਵਿੱਚ ਵੀ ਇਕੱਠਾ ਹੁੰਦਾ। ਅੱਜ ਤੱਕ ਜਿਸ ਤਰ੍ਹਾਂ ਤੁਸੀਂ ਕਿਹਾ ਪੁਲਿਸ ਦੇ ਵਿੱਚ ਵੀ ਸਾਡਾ ਕੋਈ ਵੀ ਜਿਹੜਾ ਉਹ ਅੱਜ ਤੱਕ ਦਸਤਾਰ ਦੇ ਨਾਲ ਨਹੀਂ। ਸਾਡੇ ਮੁੰਡੇ ਪੁਲਿਸ ਦੇ ਵਿੱਚ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ, ਅਸੀਂ ਸਮਝਦੇ ਹਾਂ ਵੀ ਜਿਹੜੇ ਸਿੱਖ ਸਾਡੇ ਬੰਦੇ ਆ, ਸਿੱਖ ਆ, ਜਿਸ ਤਰ੍ਹਾਂ ਕਿ ਆਰਮੀ ਦੇ ਵਿੱਚ ਦਸਤਾਰ ਦੇ ਨਾਲ ਇਸ ਵੇਲੇ ਸਾਡੇ ਸਿੱਖ ਹੈਗੇ ਆ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮਤਲਬ ਨਿਊਯਾਰਕ ਪੁਲਿਸ ਆ, ਜਿਸ ਤਰ੍ਹਾਂ ਕਿ ਕਮਿਸ਼ਨ ਸਾਹਿਬ ਨੇ ਕਿਸੇ ਗੱਲ ਤੋਂ ਨਾ ਕਰ ਦਿੱਤੀ ਆ ਵੀ ਜਿਹੜੇ ਸਿੱਖ ਦਸਤਾਰ ਦੇ ਨਾਲ ਉਹ ਭਰਤੀ ਨਹੀਂ ਪੁਲਿਸ ਦੇ ਵਿੱਚ ਹੋ ਸਕਦੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਹੁਣ ਸਾਰੇ ਗੁਰਦੁਆਰੇ ਇਕੱਠੇ ਹੋ ਕੇ ਇਸ ਵੇਲੇ ਮੇਅਰ ਦੇ ਨਾਲ, ਆਉਣ ਵਾਲੇ ਮੇਅਰ ਦਾ ਜਿਹੜਾ ਨਿਊਯਾਰਕ ਸਿਟੀ ਦਾ, ਉਹਦੇ ਨਾਲ ਗੱਲ ਕਰ ਰਹੇ ਆ। ਇਹਦੇ ਵਿੱਚ ਮੈਂ ਸਮਝਦਾ ਵੀ ਜਿਹੜੇ ਹੁਣ ਸਿੱਖ ਅਸੀਂ ਇਕੱਠੇ ਹੋਏ ਆ ਇੱਕ ਮਤਲਬ ਜਗ੍ਹਾ ਤੇ, ਮੈਂ ਸਮਝਦਾ ਵੀ ਜਿੱਦਾਂ ਕੋਲੰਬੀਆ ਯੂਨੀਵਰਸਿਟੀ ਆ, ਉਹਦੇ ਵਿੱਚੋਂ ਸਟੂਡੈਂਟ ਬਹੁਤ ਜ਼ਿਆਦਾ ਮਤਲਬ ਪੜ੍ਹ ਕੇ ਬਾਹਰ ਜਾਂਦੇ ਆ। ਜਿਸ ਤਰ੍ਹਾਂ ਕਿ 400-500 ਸਟੂਡੈਂਟ ਇੱਥੇ ਮੈਂ ਤੁਹਾਡੀ ਮਾਫੀ ਚਾਹਨਾ ਸਰ, ਇੱਥੇ ਲਾਮਾ ਸਾਹਿਬ ਇੱਕ ਮਿੰਟ ਸਰ, ਇੱਕ ਮਿੰਟ ਢਿੱਲੋਂ ਸਾਹਿਬ, ਲਾਮਾ ਸਾਹਿਬ ਇੱਕ ਮਿੰਟ ਢਿੱਲੋਂ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਸਾਡੀ ਹੈਰੀ ਜੀ ਕੇਸਰੀ ਰੰਗਾਂ ਦੇ ਵਿੱਚ ਰੰਗਿਆ ਹੋਇਆ ਸੀ ਤੇ ਉਹਦਾ ਕੋਈ ਫਰਕ ਨਹੀਂ ਪੈਂਦਾ? ਨਹੀਂ, ਫਰਕ ਪੈਂਦਾ, ਉਹਦਾ ਬਿਲਕੁਲ ਫਰਕ ਪੈਂਦਾ। ਪਰ ਗੱਲ ਵਿੱਚੋਂ ਇਹ ਆ ਵੀ ਉਹ ਅਸੀਂ ਕੁਝ ਘੰਟੇ ਜੀ ਸਰ ਚਲੋ ਹਾਂਜੀ ਜੀ ਸਰ ਬੋਲੋ ਸਰ। ਢਿੱਲੋਂ ਸਾਹਿਬ ਇੱਕ ਬੜਾ ਉਹ ਅਸੀਂ ਅਹਿਮ ਨੁਕਤਾ ਹੈ। ਹੈਲੋ ਢਿੱਲੋਂ ਸਾਹਿਬ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਇਹ ਕਿਹਾ ਹੈ ਕਿ ਅਸੀਂ ਨਿਊਯਾਰਕ ਦੇ ਵਿੱਚ ਕਰਾਂਗੇ, ਅਸੀਂ ਕਿਉਂ ਮਹੱਲੇ ਤੋਂ ਉੱਠ ਕੇ ਅਸੀਂ ਪੂਰੇ ਮੁਲਕ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਬਾਕੀ ਸਟੇਟਾਂ 'ਚ ਸਾਰੇ ਅਮਰੀਕਾ ਜਿੱਥੇ ਸਿੱਖ ਵਸਦਾ ਹੈ, ਤੁਸੀਂ ਉਹਨਾਂ ਦੀ ਕੋਈ ਸਾਂਝੀ ਕਮੇਟੀ ਬਣਾ ਕੇ ਫੈਡਰਲ ਗਵਰਨਮੈਂਟ ਨੂੰ ਕਿਉਂ ਨਹੀਂ ਤੁਸੀਂ ਅਪਰੋਚ ਕਰਦੇ ਤਾਂ ਕਿ ਇੱਕੋ ਵਾਰੀ ਸਾਰੇ ਮੁਲਕ ਦੇ ਉੱਤੇ ਇੱਕੋ ਜਿਹਾ ਕਾਨੂੰਨ ਬਣ ਸਕੇ? ਇਹਦੇ ਲਈ ਉਪਰਾਲਾ ਤੇ ਕਰੋ ਤਾਂ ਕਿ ਕਾਂਗਰਸ ਜਿਹੜੀ ਹੈ, ਬਜਾਏ ਅਸੀਂ ਮਹੱਲਿਆਂ ਦੇ ਉੱਤੇ ਅਸੀਂ ਇਸ ਲੜਾਈ ਨੂੰ ਲੈ ਕੇ ਜਾਈਏ, ਅਸੀਂ ਪੂਰੇ ਦੇ ਪੂਰੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕਰੀਏ ਕਿ ਪ੍ਰੈਜ਼ੀਡੈਂਟ ਦੇ ਪੱਧਰ ਦੇ ਉੱਤੇ ਅਸੀਂ ਇਹਦੀ ਗੱਲ ਕਰੀਏ। ਲਾਂਬਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਬਿਲਕੁਲ ਗੱਲ ਸਹੀ ਆ, ਪਰ ਇੱਥੇ ਜਿਹੜੇ ਸਟੇਟ ਦੇ ਵੱਖਰੇ ਲਾਭ ਆ ਕਈ, ਜਿਸ ਤਰ੍ਹਾਂ ਕਿ ਮੈਂ ਹੁਣੇ ਤੁਹਾਨੂੰ ਦੱਸ ਕੇ ਵੀ ਹਟਿਆ, ਜਿੱਦਾਂ ਕਈ ਸਟੇਟਾਂ ਦੇ ਵਿੱਚ ਉੱਥੇ ਇਮੀਗ੍ਰੇਸ਼ਨ ਨੇ ਆਪਣੇ ਲਾਅ ਫੜੇ ਆ, ਉੱਥੇ ਅਨਲੀਗਲ ਬੰਦਿਆਂ ਨੂੰ ਫੜੀ ਜਾਂਦੇ ਆ, ਜਿੱਦਾਂ ਨਿਊਯਾਰਕ ਸਟੇਟ ਦੇ ਵਿੱਚ ਨਹੀਂ। ਪਰ ਜਿਹੜੀ ਤੁਸੀਂ ਗੱਲ ਕਹੀ ਆ ਵੀ ਫੈਡਰਲ ਲਾਅ ਜਦੋਂ ਬਣ ਗਿਆ, ਉਹਨਾਂ ਨੇ ਫੋਰਸ ਕੀਤਾ ਵੀ ਸਾਰੇ ਸਟੇਟਾਂ ਦੇ ਵਿੱਚ ਜਿਹੜੇ ਆ ਸਿੱਖ ਦਸਤਾਰ ਨਾਲ ਭਰਤੀ ਹੋਣੇ ਚਾਹੀਦੇ ਆ, ਉਹ ਹੋਣਗੇ। ਪਰ ਅਸੀਂ ਜਿਸ ਤਰ੍ਹਾਂ ਸਟੇਟਾਂ ਦੇ ਵਿੱਚ ਮੈਂ ਸਮਝਦਾ ਜਿੰਨੀਆਂ ਅਮਰੀਕਾ ਦੀਆਂ ਸਾਰਿਆਂ ਵਿੱਚ ਸਾਡੇ ਗੁਰਦੁਆਰੇ ਆ, ਅਸੀਂ 1 ਬਾਈ 1 ਕਰਕੇ ਸਾਰੀਆਂ ਸਟੇਟਾਂ ਦੇ ਵਿੱਚ ਇਹ ਜਿਹੜਾ ਲਾ ਲਾਗੂ ਕਰਾਉਣਾ ਚਾਹੁੰਦੇ ਆ। ਇਹ ਹੋ ਵੀ ਜਾਣਾ। ਪਰ ਮੈਂ ਜਿਹੜੀ ਤੁਹਾਡੇ ਨਾਲ ਯੂਨੀਵਰਸਿਟੀ ਦੀ ਗੱਲ ਕਰਦਾ ਸੀ, ਅਸੀਂ
ਇਹ ਜ਼ਰੂਰ ਸਾਡੇ ਸਿੱਖਾਂ ਨੂੰ, ਜਿਸ ਤਰ੍ਹਾਂ ਕਿ ਹੁਣ ਇੱਕ ਇਕੱਠੇ ਇੱਕ ਮੰਚ ਤੇ ਆਏ ਆ, ਅਸੀਂ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਸਿੱਖ ਚੇਅਰ ਸਥਾਪਿਤ ਕਰੀਏ ਜਿੱਥੇ ਉਹਨਾਂ ਨੂੰ ਪੰਜਾਬੀ ਤੇ ਸਾਡੇ ਧਰਮ ਬਾਰੇ ਜ਼ਰੂਰ ਦੱਸਿਆ ਜਾਵੇ। ਮੈਂ ਸਮਝਦਾ ਜੇਕਰ ਅਸੀਂ ਇਹੋ ਜਿਹੇ ਕਿਸੇ ਵੀ ਇੱਕ ਕੋਲੰਬੀਆ ਯੂਨੀਵਰਸਿਟੀ ਵਿੱਚ ਸਿੱਖ ਸਥਾਪਿਤ ਉਹ ਜ਼ਰੂਰ ਦੱਸੂਗਾ ਵੀ ਸਿੱਖ ਕੌਣ ਆ। ਅਸੀਂ ਸਾਡੇ ਤੇ ਜਿਹੜੇ ਜਿੰਨਾ ਚਿਰ ਇਹ ਜ਼ੁਲਮ ਆ, ਮਤਲਬ ਸਾਡੇ ਤੇ ਅਟੈਕ ਹੁੰਦੇ ਆ, ਇਹ ਹੁੰਦੇ ਰਹਿਣੇ ਆ, ਪਰ ਇਸ ਨੂੰ ਰੋਕਣ ਲਈ ਹਾਂਜੀ ਇਹਨਾਂ ਸਿੰਘਾਂ ਨੂੰ ਮੈਂ ਅਗਰ ਇੱਕ ਛੋਟਾ ਜਿਹਾ ਸਵਾਲ ਇਜਾਜ਼ਤ ਦਿਓ ਤੇ ਮੈਂ ਚਾਹਾਂਗਾ ਜੇ ਜਵਾਬ ਦੇ ਸਕਣ, ਕਿਉਂਕਿ ਸਾਡੇ ਕੋਲ ਸਿਰਫ 2 ਮਿੰਟ ਦਾ ਸਮਾਂ ਹੈ। ਮੇਰਾ ਸਵਾਲ ਇਹ ਹੈ ਕਿ ਜਿਹੜਾ ਪਹਿਲਾ ਸ਼ਾਇਦ ਹੇਟ ਕ੍ਰਾਈਮ ਹੋਇਆ 9/11 ਦੇ ਬਾਅਦ, ਉਹ ਫੀਨਿਕਸ ਦੇ ਵਿੱਚ ਹੋਇਆ, ਜਿਹਦੇ ਵਿੱਚ ਬਲਬੀਰ ਸਿੰਘ ਸੋਢੀ ਜਿਹੜੇ ਸੀਗੇ ਉਹਨਾਂ ਦਾ ਕਤਲ ਹੋਇਆ। ਉਹਦਾ ਸਰਕਾਰ ਨੇ ਵੀ ਕਾਰਵਾਈ ਕੀਤੀ, ਸਭ ਕੁਝ ਹੋਇਆ, ਔਰ ਉਹਨਾਂ ਨੂੰ ਹੇਟ ਕ੍ਰਾਈਮ, ਬਲਕਿ ਜਿਹੜਾ ਹੇਟ ਤੱਕ ਵੀ ਠੀਕ ਹੈ, ਹੇਟ ਤੋਂ ਬਾਅਦ ਜਿਹੜਾ ਹਿੱਟ ਸ਼ੁਰੂ ਹੋ ਜਾਂਦਾ ਉਹ ਫਿਰ ਬੜੀ ਤਕਲੀਫ ਹੋਣੀ ਸ਼ੁਰੂ ਹੁੰਦੀ ਹੈ। ਮਗਰ ਉਹਦੇ ਵਿੱਚ ਇੱਕ ਚੀਜ਼ ਉਹਨਾਂ ਨੇ ਬੜੀ ਚੰਗੀ ਗੱਲ ਕੀਤੀ ਉੱਥੇ ਦੇ ਲੋਕਾਂ ਨੇ, ਉਹ ਇਹ ਕੀਤਾ, ਡਾਕਟਰ ਜਸਵੰਤ ਸਿੰਘ ਸਚਦੇਵ ਫੀਨਿਕਸ ਦੇ ਵਿੱਚ ਹੈਗੇ ਹੈ, ਉਹ ਮੈਂ ਤੁਹਾਡੀ ਨਜ਼ਰ 'ਚ ਲਿਆਉਣਾ ਚਾਹੁੰਦਾ, ਹਰ ਮਹੀਨੇ ਇੱਕ ਚਰਚ ਦੇ ਵਿੱਚ, ਉੱਥੇ ਸਥਾਨਕ ਚਰਚ ਦੇ ਵਿੱਚ, ਉਹ ਚਰਚ ਦੇ ਨਾਲ ਸਹਿਯੋਗ ਕਰਕੇ ਇੱਕ ਪ੍ਰੋਗਰਾਮ ਕਰਦੇ ਹੈ ਜਿਹਦੇ ਵਿੱਚ ਜਿੰਨੇ ਉੱਥੇ ਦੇ ਹੋਮਲੈਸ ਹੈਗੇ ਆ ਵੱਡੀ ਗਿਣਤੀ ਵਿੱਚ, ਮੈਂ ਖੁਦ ਅਟੈਂਡ ਕੀਤਾ ਹੈ, 250-300 ਬੰਦਾ, ਉਹਨਾਂ ਨੂੰ ਬੜੇ ਸੋਹਣੇ ਢੰਗ ਨਾਲ ਡਿਨਰ ਕਰਾਉਂਦੇ ਹੈ ਔਰ 5-7 ਮਿੰਟ ਦਾ ਇੱਕ ਲੈਕਚਰ ਦਿੰਦੇ ਹੈ। ਉਹ ਬੰਦੇ ਕਦੀ ਵੀ ਨਹੀਂ ਭੁੱਲ ਸਕਦੇ। ਮੈਂ ਇੱਕ ਐਗਜ਼ਾਮਪਲ, ਦੂਜਾ ਭਗਵੰਤ ਸਿੰਘ ਦਿਲਾਵਰੀ ਜਿਹੜੇ ਕੋੜਿਆਂ ਦੇ ਬਾਰੇ ਬੜਾ ਕੰਮ ਕਰਦੇ ਹੈ ਨਾਗਪੁਰ ਦੇ ਵਿੱਚ, ਉਹਨਾਂ ਦੇ ਸਾਥੀ ਨੇ ਕਿਸੇ ਜਮਸ਼ੈਦਪੁਰ ਵਿੱਚ, ਜਿਹਦਾ ਕੋਈ ਵਾਲੀ ਕੋਈ ਦੇ ਨਹੀਂ ਸਕਦਾ ਸੀ, ਇੱਕ ਬੱਚੇ ਦੇ ਪੈਸੇ ਜਮ੍ਹਾਂ ਕਰਾਤੇ, ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਕਿਹਨਾਂ ਨੇ ਕਰਾਏ, ਉਹਨਾਂ ਦਾ ਨਜ਼ਰੀਆ ਬਦਲ ਗਿਆ। ਸੋ ਕੀ ਅਸੀਂ ਇੱਥੇ ਕੋਈ ਇਦਾਂ ਦਾ ਉਪਰਾਲਾ ਨਹੀਂ ਕਰ ਸਕਦੇ ਸਾਂਝੇ ਤੌਰ ਤੇ? I would like Kirpal Singh ji to give this answer because... Sir, I would like Kirpal Singh ji to give this answer because he was with me since morning. Go ahead, sir. ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ, ਜੋ ਇਹ ਤੁਸੀਂ ਸਬਜੈਕਟ ਨੂੰ ਟੱਚ ਕੀਤਾ ਹੈ ਕਿ ਬੁਰਾਈ ਨੂੰ ਬੁਰਾਈ ਨਾਲ ਨਹੀਂ ਮਾਰਿਆ ਜਾ ਸਕਦਾ, ਜਿੱਥੋਂ ਤੱਕ ਇਹ ਗੱਲ ਸੀ ਕਿ ਡਾਕਟਰ ਸਾਹਿਬ ਨੇ ਉਹਨਾਂ ਨੂੰ ਜੇ ਵੀ ਉਹ ਸਾਹਮਣੇ ਆ ਜਾਣ ਤਾਂ ਮਾਫ ਕਰ ਦੇਣਗੇ, ਉਹਨਾਂ ਦਾ ਉਹ ਬੜਾ ਧਾਰਮਿਕ ਵਿਚਾਰ ਸੀ ਕਿ ਵੀ ਬੁਰਾਈ ਨੂੰ ਬੁਰਾਈ ਨਾਲ ਨਹੀਂ ਮਾਰਿਆ ਜਾ ਸਕਦਾ, ਨਿਆਂ ਪ੍ਰਣਾਲੀ ਨੇ ਆਪਣਾ ਕੰਮ ਕਰਨਾ ਹੈ। ਜੇ ਉਹ ਆਣਗੇ ਤੇ ਅਰੈਸਟ ਜ਼ਰੂਰ ਹੋਣਗੇ, ਪਰ ਜਿੱਥੋਂ ਤੱਕ ਜੇ ਡਾਕਟਰ ਸਾਹਿਬ ਨੂੰ ਉਹਨਾਂ ਦਾ ਮੁਕਾਬਲਾ ਕਰਨਾ ਪਵੇ ਤਾਂ ਉਹ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਸੁਧਾਰ ਕਰਨਾ ਚਾਹਾਂਗਾ, ਮੈਂ ਉਹਨਾਂ ਨੂੰ ਇੱਕ ਇਨਸਾਨੀਅਤ ਦੀ ਸਿੱਖਿਆ ਦੇਣੀ ਚਾਹਾਂਗਾ। ਉੱਥੇ ਉਹਨਾਂ ਦਾ ਉਹ ਵਿਚਾਰ ਧਾਰਮਿਕ ਸੀ। ਜਿੱਥੋਂ ਤੱਕ ਤੁਸੀਂ ਦੱਸਿਆ ਕਿ ਵੀ ਅਸੀਂ ਕੀ ਸਮਾਜਿਕ ਤੇ ਇੱਥੋਂ ਦੇ ਸੋਸ਼ਲ ਮੀਡੀਆ ਦੇ ਵਿੱਚ ਮਿਲ ਕੇ ਕੋਈ ਇਹੋ ਜਿਹਾ ਕੰਮ ਕਰੀਏ ਜਿੱਥੇ ਆਮ ਲੋਕ ਸਾਨੂੰ ਜਾਣਨ ਕਿ ਵੀ ਇਹ ਸਾਡੇ ਵਾਸਤੇ ਕੋਈ ਕੰਮ ਕਰ ਰਹੇ ਨੇ, ਉਹਦੇ ਵਾਸਤੇ ਇੱਥੋਂ ਦੀਆਂ ਜਿਹੜੀਆਂ ਲੋਕਲ ਸੰਸਥਾਵਾਂ ਨੇ ਉਹਨਾਂ ਨਾਲ ਮਿਲ ਕੇ ਸਕੂਲਾਂ ਦੇ ਵਿੱਚ ਤੇ ਸਕੂਲਾਂ ਦੇ ਨਾਲ ਜਿਹੜੇ ਇੱਥੋਂ ਦੇ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਵੀ ਅਸੀਂ ਆਪਣੇ ਜੋ ਇਸ਼ਤਿਹਾਰ ਨੇ, ਆਪਣੀਆਂ ਜੋ ਇੱਕ ਕਿਸਮ ਦੀਆਂ ਪੈਂਫਲੇਟਸ ਨੇ, ਜਾਂ ਸਾਡੇ ਜੋ ਪੁਰਾਣੇ ਇਤਿਹਾਸਿਕ ਸਿੰਬਲਸ ਨੇ, ਉਹਨਾਂ ਨੂੰ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ, ਇਹਨਾਂ ਦੇ ਜੋ ਬਾਹਰ ਪੋਸਟਰ ਲੱਗੇ ਹੁੰਦੇ ਨੇ, ਉਹਨਾਂ ਰਾਹੀਂ ਜਾਨੀ ਬਹੁਤ ਕਿਸਮ ਦਾ ਮੀਡੀਆ ਅਸੀਂ ਇਖਤਿਆਰ ਕਰਨ ਵਾਸਤੇ ਜਾ ਰਹੇ ਹਾਂ, ਜਿੱਥੇ ਅਸੀਂ ਇਹ ਦੱਸਾਂਗੇ who Sikhs are. These Sikhs are loving people and they believe in ਸੇਵਾ। ਅਲਟੀਮੇਟਲੀ ਅਸੀਂ ਇਸ ਗੱਲ ਦੇ ਉੱਤੇ ਪ੍ਰਵੇਲ ਕਰਾਂਗੇ ਜੋ ਸਾਡਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਅਸ਼ੀਰਵਾਦ ਹੈ ਕਿ ਵੀ ਸਿੱਖ ਦੂਸਰਿਆਂ ਦੀ ਰਾਖੀ ਕਰਦਾ ਹੈ। ਉਹ ਰਾਖੀ ਕਰਦਾ ਤਾਂ ਹੀ ਹੈ ਕਿ ਵੀ ਅੱਜ ਉਹਨਾਂ ਦਾ ਡਾਕਟਰ ਸਾਹਿਬ ਦਾ ਇਹ ਵੀ ਵਿਚਾਰ ਸੀ ਕਿ ਵੀ ਸਿੱਖ ਦੂਸਰੇ ਦੀ ਰਾਖੀ ਵਾਸਤੇ ਡਟ ਜਾਵੇ, ਤੇ ਇਸ ਕਰਕੇ ਹੀ ਅਸੀਂ ਆਪਣੀ ਹੋਂਦ ਬਰਕਰਾਰ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ, ਬੈਕ ਟੂ ਯੂ ਵੀ ਆਊਟ ਆਫ ਟਾਈਮ ਸਰ ਜੀ। ਕਹਿਣੀ ਚਾਹਾਂਗਾ ਕਿ ਸਾਡਾ ਸਮਾਂ ਇਜਾਜ਼ਤ ਨਹੀਂ ਦਿੰਦਾ। ਅਸੀਂ ਚਾਹੁੰਦੇ ਸੀ ਸਾਡੇ ਦਰਸ਼ਕਾਂ ਦੇ ਸਰੋਤਿਆਂ ਦੇ ਵਿਚਾਰ ਆਉਣ। ਸਾਡੀ ਕੋਸ਼ਿਸ਼ ਹੋਏਗੀ ਕੱਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰ ਇਸ ਮਸਲੇ ਦੇ ਉੱਤੇ ਸੰਗਤ ਦੇ, ਦਰਸ਼ਕਾਂ ਦੇ, ਸਰੋਤਿਆਂ ਦੇ ਕੀ ਹਨ, ਕਿਉਂਕਿ ਮਸਲਾ ਸਾਂਝਾ ਹੈ, ਸਾਰਿਆਂ ਦਾ ਹੈ। ਸੋ ਇੱਕ ਪ੍ਰੋਗਰਾਮ ਹੋਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।